ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਨੇ। ਉਹ ਕਹਿ ਰਹੇ ਆ ਕਿ ਮੈਂ ਨੰਗੇ ਪੈਰੀ ਚੱਲ ਕੇ ਆਉਂਗਾ ਬਾਰਡਰ ਦੇ ਉੱਤੇ, ਮੈਨੂੰ ਦੱਸੋ। 15 ਦਿਨ ਤਾਂ ਆਏ ਨਹੀਂ ਹਜੇ ਤੱਕ। ਜਿਹੜੇ ਕਹਿੰਦੇ ਨੰਗੇ ਪੈਰੀ ਜਾਵਾਂਗੇ, ਬੂਟ ਪਾ ਕੇ ਹੀ ਆ ਜਾਂਦੇ। ਨਾਲੇ ਦਿੱਲੀ ਕਿਹੜਾ ਉਹਨਾਂ ਦੇ ਗੇੜੇ ਨਹੀਂ ਲੱਗੇ ਹੋਣੇ। ਜਿਹੜੇ ਇੱਥੇ ਬੈਠੇ ਆ ਭੀੜੀਆਂ ਪਜਾਮੀਆਂ ਪਾ ਕੇ ਮੋਟੇ ਢਿੱਡਾਂ ਵਾਲੇ, ਜਿਹੜੇ ਸਾਨੂੰ ਖਾ ਰਹੇ ਨੇ, ਉਹਨਾਂ ਖਿਲਾਫ ਲੜਾਂਗੇ ਤਾਂ ਫੇਰ ਹੀ ਉਹਨਾਂ ਨੇ ਜਾਣਾ ਹੈ। ਮੋਰਚਾ ਸਾਡੇ ਸਿਰ ਦਾ ਤਾਂ ਜਿਹੜੀਆਂ ਬਿਆਨਬਾਜ਼ੀਆਂ ਸਾਡੇ ਜਿਹੜੇ ਆਗੂ ਨੇ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਪਹਿਲਾਂ। ਜਿਹੜਾ ਬੰਦਾ ਵੀ ਦਿਲੋਂ ਬੈਠਾ ਇੱਥੇ ਕਿ ਨਿਊਟਰਲ ਹੈ, ਅੱਜ ਉਹ ਸੰਤ ਜਰਨੈਲ ਸਿੰਘ ਨੂੰ ਯਾਦ ਕਰਦਾ। ਵਾਕਈ ਜੀ ਜੇ ਅੱਜ ਹੁੰਦੇ ਤਾਂ ਗੱਲਾਂ ਹੋਰ ਹੀ ਹੋਣੀਆਂ ਸੀ। ਜਿਹੜੇ ਨਿਊਟਰਲ ਨਹੀਂ ਆ ਉਹ ਕੌਣ ਆ? ਬੀਜੇਪੀ ਵਾਲਿਆਂ ਨੂੰ ਜਵਾਬ ਇਸੇ ਗੱਲ ਦਾ ਦੇਣਾ ਚਾਹੁੰਦੇ ਆ ਵੀ ਅਸੀਂ ਆਪਸ ਵਿੱਚ ਸਾਡੇ ਘਰ 'ਚ ਜਿੰਨਾ ਮਰਜ਼ੀ ਕਲੇਸ਼ ਹੋਵੇ, ਪਰ ਤੁਹਾਡੇ ਵਿਰੋਧੀ ਅਸੀਂ ਸਾਰੇ ਇਕੱਠੇ ਹਾਂ। ਕਾਲ ਚਾਹੀਦੀ ਹੈ। ਜਿਹੜੇ ਪੰਜਾਬ ਤੋਂ ਲੋਕ ਆਉਣ ਪਹਿਲਾਂ ਵਾਂਗ, ਜਿਵੇਂ ਟਰੈਕਟਰ ਟਰਾਲੀਆਂ ਭਰ ਕੇ ਵੀ ਆ ਗਏ। ਦਾਦੂਵਾਲ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਸੀਂ ਵਿਚੋਲਗਿਰੀ ਵਾਲੇ ਕੰਮ 'ਚ ਨਾ ਹੀ ਪਾਓ ਤਾਂ ਵਧੀਆ ਗੱਲ, ਕਿਉਂਕਿ ਕੌਮ ਨੂੰ ਤੇ ਲੋਕਾਂ ਨੂੰ ਉਹਨਾਂ ਤੇ ਬੜਾ ਵਿਸ਼ਵਾਸ ਨਹੀਂ ਰਿਹਾ। ਸੋ ਜੇ ਉਹ ਮਿਲੇ ਸੀ ਖੱਟਰ ਨੂੰ, ਕਹੋ ਉਹਨਾਂ ਨੂੰ ਖੱਟਰ ਨੂੰ ਵੀ ਕਰਾ ਦੇ ਬਿੱਲ ਰੱਦ ਭਾਈ। ਨਾਮ ਚੂਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਿਸ਼ਨ ਪੰਜਾਬ ਚਲਾਇਆ ਜਾਵੇ। ਸਹਿਮਤ ਹੋ ਫਿਰ ਤੁਸੀਂ? ਹਾਂ, ਸਹਿਮਤ ਵੀ ਹਾਂ ਤੇ ਨਹੀਂ ਵੀ ਸਹਿਮਤ। ਸਾਨੂੰ ਬਈ ਸੜਕਾਂ ਤੇ ਬੈਠਣ ਦੀ ਲੋੜ ਹੀ ਨਹੀਂ ਸੀ ਜੇ ਸਾਡੇ ਲੀਡਰ ਚੱਲੇ। ਠੀਕ ਹੈ, ਉਹੀ ਲੀਡਰ ਅੱਜ ਵਿਰੋਧ ਕਰ ਰਹੇ ਨੇ ਜਿਹੜੇ ਪਹਿਲਾਂ ਹੱਕ ਦੇ ਵਿੱਚ ਸਾਈਨ ਕਰਦੇ ਸੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਦਿੱਲੀ ਮੋਰਚੇ 'ਚ ਡਟੇ ਕਿਸਾਨਾਂ ਨੂੰ 8 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ। ਪਹਿਲਾਂ ਸਰਦੀਆਂ ਲੰਘੀਆਂ ਨੇ, ਗਰਮੀਆਂ ਬੀਤੀਆਂ ਨੇ ਤੇ ਹੁਣ ਬਰਸਾਤ ਦਾ ਮੌਸਮ ਹੈ। ਦੁਬਾਰਾ ਫੇਰ ਸਰਦੀਆਂ ਆਉਣ ਵਾਲੀਆਂ ਨੇ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਟਿੱਕਰੀ ਬਾਰਡਰ ਤੇ ਸਾਡੇ ਨਾਲ ਬਾਈ ਰੁਪਿੰਦਰ ਜਲਾਲ ਨੇ। ਸਵਾਗਤ ਹੈ ਬਾਈ ਪ੍ਰੋ ਪੰਜਾਬ ਟੀਵੀ। ਬਹੁਤ ਬਹੁਤ ਧੰਨਵਾਦ ਜੀ ਸਾਰੀ ਪ੍ਰੋ ਪੰਜਾਬ ਦੀ ਟੀਮ ਦਾ, ਬੜੀ ਮਿਹਰਬਾਨੀ। ਰੁਪਿੰਦਰ ਬਾਈ, ਪਹਿਲੇ ਦਿਨ ਤੋਂ ਤੁਸੀਂ ਇੱਥੇ ਮੌਜੂਦ ਹੋ। ਪਹਿਲਾਂ ਸਰਦੀਆਂ ਦੇ ਵਿੱਚ ਆਏ ਸੀ ਕਿਸਾਨ ਦੇਸ਼ ਦੇ, ਤੇ ਹੁਣ ਗਰਮੀਆਂ ਵੀ ਲੰਘ ਚੱਲੀਆਂ। ਕੀ ਲੱਗਦਾ ਸਰਕਾਰ ਕਿਉਂ ਨਹੀਂ ਮੰਨ ਰਹੀ? ਸਰਕਾਰ ਕਹਿ ਰਹੀ ਹੈ ਵਾਰ-ਵਾਰ ਸੋਧਾਂ ਕਰਾ ਲਓ, ਬਿੱਲ ਤਾਂ ਹਿੱਤ 'ਚ ਨੇ ਤੁਹਾਡੇ। ਦੇਖੋ ਜੀ, ਹਿੱਤ 'ਚ ਹੁੰਦੇ ਤਾਂ ਬਾਈ ਇੱਥੇ ਬੈਠਣ ਦੀ ਲੋੜ ਕੀ ਸੀ? ਸਰਦੀਆਂ ਦੇ ਵਿੱਚ ਠੰਡ, ਪੋਹ ਮਾਘ ਦੀਆਂ ਠੰਡਾਂ ਵੀ ਇੱਥੇ ਗੁਜ਼ਾਰੀਆਂ ਨੇ, ਤੇ ਫਿਰ ਜੇਠ ਹਾੜ ਦੀਆਂ ਧੁੱਪਾਂ, ਤੂਫਾਨ, ਹਨੇਰੀਆਂ, ਤੇ ਹੁਣ ਇਸ ਤੋਂ ਬਾਅਦ ਮੀਂਹ ਦੇ ਜਿਹੜਾ ਮੌਸਮ ਚੱਲ ਰਿਹਾ, ਪਾਣੀ ਖੜ ਜਾਂਦਾ। ਪਰ ਚੁਣੌਤੀਆਂ ਵੱਡੀਆਂ ਨੇ, ਪਰ ਕਾਲੇ ਕਾਨੂੰਨ ਇਹਨਾਂ ਚੁਣੌਤੀਆਂ ਤੋਂ ਵੱਡੇ ਨੇ। ਸੋ ਸਰਕਾਰ ਦੇਖੋ, ਇੱਕ ਪਾਸੇ ਦਾ ਪਰਜਾ ਹੈ, ਦੂਜੇ ਪਾਸੇ ਰਾਜਾ ਹੈ। ਰਾਜਾ ਵੱਡਾ ਹੋਇਆ ਕਿ ਪਰਜਾ ਵੱਡੀ ਹੋਈ? ਓਬਵੀਅਸਲੀ ਪਰਜਾ ਵੱਡੀ ਹੁੰਦੀ ਹੈ ਜਿਹੜੀ ਉਹਨੂੰ ਬਣਾਉਂਦੀ ਹੈ। ਸੋ ਇਹ ਸਰਕਾਰ ਹੈ ਨਾ ਜਿਹੜੀ, ਇਹ ਲੀਡਰਾਂ ਦੀ ਨਹੀਂ, ਇਹ ਕਾਰਪੋਰੇਟ ਦੀ ਸਰਕਾਰ ਹੈ ਬਾਈ। ਉਹ ਅਗਲੇ ਦੀ ਬਾਂਹ ਮਰੋੜੀ ਹੋਈ ਹੈ, ਨਹੀਂ ਤਾਂ ਹੁਣ ਨੂੰ ਅਗਲਾ ਮੰਨ ਜਾਂਦਾ ਹੈ ਨਾ। ਤੇ ਕੋਈ ਗੱਲ ਨਹੀਂ, ਦੇਖਦੇ ਹਾਂ ਕਿੰਨਾ ਕੁ ਟਾਈਮ ਨਹੀਂ ਮੰਨਦੇ। ਰੋਜ਼ ਦਾ ਸ਼ਡਿਊਲ ਕੀ ਹੁੰਦਾ? ਜਿਵੇਂ ਲੰਮਾ ਸਮਾਂ ਹੋ ਗਿਆ ਬੈਠਿਆਂ ਨੂੰ, ਹੁਣ ਤੱਕ ਬੈਠੇ ਹੋਏ ਹੋ, ਰੋਜ਼ ਦਾ ਸ਼ਡਿਊਲ ਕੀ ਹੁੰਦਾ ਸਾਰਾ? ਰੋਜ਼ਾਨਾ ਦਾ ਸ਼ਡਿਊਲ ਵੀਰ ਜੀ ਵੀ 3 ਟਾਈਮ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰ ਬਣਦਾ ਜੀ, ਸੁਬਾਹ ਸ਼ਾਮ ਤੇ ਦੁਪਹਿਰ। ਸੁਬਾਹ ਸ਼ਾਮ ਪ੍ਰਸ਼ਾਦਾ, ਤੇ ਦੁਪਹਿਰ ਨੂੰ ਹੁਣ ਤੁਹਾਨੂੰ ਪਤਾ ਵੀ ਬਜ਼ੁਰਗਾਂ ਨੂੰ ਭੁੱਖ ਲੱਗਦੀ ਆ, ਤਾਂ ਪਹਿਲਾਂ ਅਸੀਂ ਲਾਉਂਦੇ ਸੀ ਛਬੀਲ। ਤਾਂ ਛਬੀਲ ਅਸੀਂ ਸੋਚਿਆ ਵੀ ਮਿੱਠਾ ਜ਼ਿਆਦਾ ਹੈ ਨਾ, ਜਾਂ ਕਿੱਦਾਂ ਅੱਜ ਕੱਲ੍ਹ ਬਜ਼ੁਰਗਾਂ ਨੂੰ ਸ਼ੂਗਰ ਵਗੈਰਾ ਦੀ ਪ੍ਰੋਬਲਮ ਆ ਜਾਂਦੀ ਆ। ਹੁਣ ਅਸੀਂ ਫਿਰ ਜਿੱਦਾਂ ਕਦੇ ਖੀਰ ਬਣਾਤੀ, ਕਦੇ ਦਲੀਆ ਬਣਾਤਾ, ਕਦੇ ਸੇਵੀਆਂ ਬਣਾਤੀਆਂ, ਕਦੇ ਮਿੱਠੇ ਚੌਲ, ਕਦੇ ਨੂਣ ਵਾਲੇ ਚੌਲ। ਉਹ ਡੇਲੀ ਰੂਟੀਨ ਦੇ ਵਿੱਚ ਜਿੱਦਾਂ ਅਸੀਂ ਬਣਾ ਕੇ, ਤਾਂ ਇੱਦਾਂ ਬਿਜੀ ਰਹਿੰਦਾ ਸ਼ਡਿਊਲ। ਕਿਉਂਕਿ ਇਸ ਮੋਰਚੇ ਦੇ ਵਿੱਚ ਆ ਕੇ ਜਿੰਨੀ ਵੀ ਆਪਾਂ ਸੇਵਾ ਕਰਾਂਗੇ ਤਾਂ ਓਨਾ ਹੀ ਤੁਹਾਡਾ ਦਿਲ ਇੱਥੇ ਵੱਧ ਲੱਗੂਗਾ। ਤੇ ਜੇ ਆਪਾਂ ਠੀਕ ਆ ਵੀ ਰੋਟੀਆਂ ਖਾ ਲਈਆਂ, ਸੌਂ ਲਏ, ਫਿਰ ਇੱਥੇ ਦਿਲ ਵੀ ਨਹੀਂ ਲੱਗਦਾ। ਤੇ ਫਿਰ ਜਿਹੜਾ ਬੰਦਾ ਨੈਗੇਟਿਵ ਸੋਚਦਾ, ਜੇ ਸੇਵਾ ਕਰਦਾ ਤਾਂ ਪੋਜ਼ੀਟਿਵ ਸੋਚਦਾ ਵੀ ਆਪਾਂ ਕੱਲ੍ਹ ਨੂੰ ਆਹ ਕਰਨਾ, ਵੀ ਆਉਣ ਵਾਲੇ ਦਿਨਾਂ 'ਚ ਆਹ ਕਰਨਾ। ਨੌਜਵਾਨੀ ਦੀ ਜੀ ਗੱਲ ਕਰੀਏ, ਕਬੱਡੀ ਦੇ ਖਿਡਾਰੀ ਤੁਹਾਡੇ ਨਾਲ ਦੇਖਣ ਨੂੰ ਮਿਲਦੇ ਨੇ, ਇੱਥੇ ਹੁਣ ਵੀ ਮੌਜੂਦ ਨੇ ਸਾਰੀਆਂ। ਜੇ ਗੱਲ ਕਰੀਏ, ਤੁਸੀਂ ਸਾਰਿਆਂ ਨੂੰ ਬਾਂਹ ਫੜ ਕੇ ਲੈ ਕੇ ਆਏ ਹੋ, ਭਾਈ ਆਓ ਨਾਲ ਚੱਲੋ। ਤੁਹਾਡਾ ਵੀ ਕਬੱਡੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਪਰ ਜੇ ਗੱਲ ਕਰੀਏ ਪੰਜਾਬ ਦੀ ਜਵਾਨੀ ਬਾਰੇ, ਇਹ ਧਾਰਨਾਵਾਂ ਸੀਗੀਆਂ ਕਿ ਨਸ਼ਿਆਂ ਨੇ ਖਾ ਲਈ ਪੰਜਾਬ ਦੀ ਜਵਾਨੀ। ਪੰਜਾਬ ਦੀ ਜਵਾਨੀ ਨੂੰ ਕਿੱਥੇ ਖੜਾ ਵੇਖਦੇ ਹੋ? ਅੱਜ ਮੋਰਚਿਆਂ ਦੇ ਵਿੱਚ ਆਈ ਵੀ ਆ ਪੰਜਾਬ ਦੀ ਜਵਾਨੀ, ਪਰ ਪੰਜਾਬ ਦੇ ਵਿੱਚ ਲਗਾਤਾਰ ਗੈਂਗਵਾਰਸ ਵੀ ਹੋ ਰਹੀਆਂ ਨੇ, ਕਿੱਥੇ ਖੜਾ ਦੇਖਦੇ ਹੋ? ਦੇਖੋ ਬਾਈ, ਜਦੋਂ ਆਪਣਾ ਅੰਦੋਲਨ ਚੱਲਿਆ ਸੀ ਨਾ, ਤਾਂ ਬਹੁਤ ਚੰਗਾ ਸੁਨੇਹਾ ਜਿਹੜਾ ਪੰਜਾਬ ਦੀ ਜਵਾਨੀ ਨੇ ਉਹ ਦਿੱਤਾ, ਤੇ ਅੱਜ ਤੱਕ ਉਹ ਦੇ ਰਹੀ ਹੈ। ਤੁਸੀਂ ਗੱਲ ਕੀਤੀ ਗੈਂਗ ਵਾਰਸ ਦੀ, ਇਹ ਬਹੁਤ ਮਾੜਾ ਸਮਾਂ ਜਿਹੜਾ ਮੈਂ ਸਮਝਦਾ ਵੀ ਪੰਜਾਬ 'ਤੇ ਚੱਲ ਰਿਹਾ, ਕਿਉਂਕਿ ਆਪਸ ਵਿੱਚ ਦੁਸ਼ਮਣੀਆਂ ਨੇ, ਮੁੰਡੇ ਮਰੀ ਜਾਂਦੇ ਆ, ਪਿੱਛੇ ਪਰਿਵਾਰਾਂ ਦੇ ਹਾਲਾਤ ਤੁਸੀਂ ਵੀ ਕਵਰ ਕਰਦੇ ਹੋ, ਅਸੀਂ ਵੀ ਤੁਹਾਡੇ ਮਾਧਿਅਮ ਜ਼ਰੀਏ ਦੇਖਦੇ ਹਾਂ, ਤਾਂ ਬਹੁਤ ਬੁਰੇ ਨੇ। ਸੋ ਇਹ ਚਿੰਤਾ ਦਾ ਵਿਸ਼ਾ ਹੈ ਬਹੁਤ ਵੱਡਾ। ਜੇ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ, ਜੇ ਵੱਧ ਰਹੀ ਮਹਿੰਗਾਈ ਚਿੰਤਾ ਦਾ ਵਿਸ਼ਾ, ਤਾਂ ਗੈਂਗ ਵਾਰ ਵੀ ਜਿਹੜੀ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ। ਦੇਖੋ ਬਾਈ, ਲੀਡਰਾਂ ਦਾ ਕੁਛ ਨਹੀਂ ਜਾਂਦਾ,
ਇਹਦਾ ਯੂਜ਼ ਐਂਡ ਥਰੋ ਵਾਲਾ ਕੰਮ ਹੁੰਦਾ ਹੈ ਨਾ। ਤਾਂ ਬਾਅਦ ਦੇ ਵਿੱਚ ਫੈਮਲੀਆਂ ਦਾ ਜਿਹੜੇ ਹਾਲਾਤ ਹੁੰਦੇ ਆ, ਮਾਵਾਂ ਦੇ ਜਿਹੜੇ ਮੁੰਡੇ ਚਲੇ ਗਏ, ਜਿਨ੍ਹਾਂ ਦੇ ਪਿੱਛੇ ਪਰਿਵਾਰ ਨੇ ਹੈ ਨਾ, ਘਰ ਵਾਲੀਆਂ ਨੇ, ਤਾਂ ਉਹਨਾਂ ਦੇ ਮਾਂ-ਬਾਪ ਦੇ ਜਿਹੜੇ ਯਾਰ ਦੋਸਤ ਹੁੰਦੇ ਆ, ਉਹਨਾਂ ਦੇ ਹਾਲਾਤ ਬੜੇ ਮਾੜੇ ਹੋ ਜਾਂਦੇ ਆ। ਸੋ ਬਹੁਤ ਹੀ ਚਿੰਤਾ ਦਾ ਵਿਸ਼ਾ। ਹੁਣ ਤੁਸੀਂ ਆ ਥੋੜ੍ਹੇ ਦਿਨ ਪਹਿਲਾਂ ਹੀ ਦੇਖ ਲਓ ਵੀ ਕੀ ਕੁਛ ਹੋ ਕੇ ਹਟਿਆ। ਮਹੀਨੇ ਦੇ ਵਿੱਚ 7 ਮੁੰਡੇ ਜਿਹੜੇ ਮਰੇ ਆ 1 ਮਹੀਨੇ ਦੇ ਵਿੱਚ। ਚਲੋ ਜੈਪਾਲ ਤੇ ਜੱਸੀ ਦਾ ਐਨਕਾਊਂਟਰ ਹੋਇਆ, ਠੀਕ ਆ, ਔਰ ਉਸ ਤੋਂ ਬਾਅਦ ਆਪਸੀ ਜਿਹੜੀ ਗੈਂਗਵਾਰ ਆ, ਇਹ ਚੀਜ਼ਾਂ ਨੂੰ ਮੁਕਾਊ ਕੌਣ, ਠੀਕ ਹੈ। ਇਸ ਟਾਈਮ ਦੀ ਜਿਹੜੀ ਸਭ ਤੋਂ ਵੱਡੀ ਆਪਾਂ ਦੇਖੀਏ ਤਾਂ ਇੱਕ ਪਾਸੇ ਲਾਰੈਂਸ ਬਿਸ਼ਨੋਈ ਗਰੁੱਪ ਹੈ ਔਰ ਦੂਜੇ ਪਾਸੇ ਦਵਿੰਦਰ ਬੰਬੀਹਾ ਗਰੁੱਪ ਹੈ। ਆਪਸ ਵਿੱਚ ਇੱਕ ਦੂਜੇ ਨੂੰ ਟਾਰਗੇਟ ਕਰ ਰਹੇ ਨੇ, ਇੱਕ ਦੂਜੇ ਨੂੰ ਆਪਾਂ ਕਹਿ ਦਈਏ ਵੀ ਫੇਸਬੁੱਕ ਦੇ ਜ਼ਰੀਏ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਤੇ ਮੁੰਡੇ ਵੀ ਜਿਹੜੇ ਮਾਰੇ ਜਾ ਰਹੇ ਨੇ। ਕਿੰਨੇ, ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਗੁਰਲਾਲ ਦਾ ਮਰਡਰ ਹੋਇਆ ਸੀ, ਉਸ ਤੋਂ ਬਾਅਦ ਕਿੰਨੇ ਹੀ ਮਰਡਰ ਹੋ ਗਏ। ਤਾਂ ਬਾਈ ਇਹਨਾਂ ਦੇ ਵਿੱਚ ਆ ਕੇ ਕੌਣ ਇਹਨਾਂ ਦਾ ਸਮਝੌਤਾ, ਕੌਣ ਇਹ ਚੀਜ਼ ਨੂੰ ਰੋਕੂਗਾ, ਕੌਣ? ਨਹੀਂ ਤਾਂ ਉਹ ਇੱਕ ਨੇ ਇੱਕ ਦਾ ਮਾਰਤਾ, ਦੂਜੇ ਨੇ ਦੂਜੇ ਦਾ ਮਾਰ ਦੇਣਾ, ਤੀਜੇ ਨੇ ਇੱਦਾਂ ਚੱਲੀ ਜਾਊਗਾ। ਸਾਡੇ ਪੰਜਾਬ ਦੇ ਮੁੰਡੇ ਖਤਮ ਹੋਈ ਜਾਣਗੇ, ਤੁਸੀਂ ਕਵਰ ਕਰੀ ਜਾਓਗੇ, ਅਸੀਂ ਵੀ ਥੱਲੇ ਵਾਹਿਗੁਰੂ ਸੋ ਸੈਡ, ਸਾਡੇ ਲੋਕ ਵੀ ਲਿਖੀ ਜਾਣਗੇ ਬੰਦਾ ਵਧੀਆ ਸੀ। ਤਾਂ ਇਹ ਚੀਜ਼ ਨੂੰ ਖਤਮ ਕੌਣ ਕਰੂਗਾ? ਹੱਲ ਕੀ ਆ? ਰੁਪਿੰਦਰ ਜਲਾਲ ਨੂੰ ਕੀ ਲੱਗਦਾ ਅੰਦੋਲਨ ਦੇ ਵਿੱਚੋਂ ਕੁਝ ਅਬਜ਼ਰਵ ਕੀਤਾ ਇਦਾਂ ਦਾ ਵੀ ਹਾਂ ਭਾਈ ਹੱਲ ਆਹ ਹੋ ਸਕਦਾ? ਮੈਨੂੰ ਤਾਂ ਯਾਰ ਬਾਈ ਕੋਈ ਹੱਲ ਹਜੇ ਤੱਕ ਲੱਗਿਆ ਨਹੀਂਗਾ ਯਾਰ। ਚਿੰਤਾ ਹੀ ਹੋ ਰਹੀ ਹੈ ਦਿਨ ਬ ਦਿਨ ਜਦੋਂ ਇਸ ਤਰ੍ਹਾਂ ਦੀਆਂ ਦੇਖਦੇ ਆ ਨਾ ਘਟਨਾਵਾਂ, ਤਾਂ ਬਹੁਤ ਦਿਲ ਨੂੰ ਦੁੱਖ ਲੱਗਦਾ ਹੈ। ਐਂ ਲੱਗਦਾ ਵੀ ਚਾਹੇ ਮਰੇ ਕਿਸੇ ਗਰੁੱਪ ਦਾ ਹੋਵੇ, ਉਹਨਾਂ ਦਾ ਹੁੰਦਾ ਆਪਸ ਵਿੱਚ, ਉਹਨਾਂ ਦੇ ਆਪਸ ਵਿੱਚ ਲੜ ਕੇ ਮਾਰਦੇ ਨੇ, ਪਰ ਦੁੱਖ ਜਿਹੜਾ ਇੱਕ ਨਿਊਟਰਲ ਬੰਦਾ ਨਾ, ਤਾਂ ਮੈਂ ਕਹਿੰਦਾ ਵੀ ਯਾਰ ਵੀ ਦਿਲ ਪਾੜ ਜਾਂਦਾ ਯਾਰ, ਵੀ ਕਿੰਨਾ ਵਧੀਆ ਬੰਦੇ ਦਾ ਅਕਸ ਹੁੰਦਾ ਤਾਂ ਮਿੰਟਾਂ ਦੇ ਵਿੱਚ ਹੀ ਢਹਿ ਢੇਰੀ। ਤੁਹਾਡੇ ਮਾਧਿਅਮ ਜ਼ਰੀਏ ਬਾਈ ਆਪਾਂ ਤਾਂ ਬੇਨਤੀ ਵੀ ਕਰਦੇ ਹਾਂ ਵੀ ਜੇ ਕੋਈ ਸੁਣਦਾ ਹੈ ਇਸ ਸੱਚ ਦੀ ਲੜਾਈ ਤੋਂ ਖੜ ਕੇ, ਤੁਹਾਡੇ ਮਾਧਿਅਮ ਜ਼ਰੀਏ ਬੇਨਤੀ ਕਰਦੇ ਜੇ ਕੋਈ ਸੁਣਦਾ ਹੋਵੇ, ਬਾਈ ਛੱਡੋ ਯਾਰ ਖਹਿੜਾ ਇਹਨਾਂ ਗੱਲਾਂ ਨੂੰ। ਮੋਰਚੇ ਨੂੰ ਕਿੱਥੇ ਖੜਾ ਦੇਖਦੇ ਹੋ? ਮੋਰਚੇ ਬਾਰੇ ਕਿਹਾ ਜਾਂਦਾ ਸੀ ਕਿ ਮੋਰਚਾ ਹੁਣ ਉਹ ਨਹੀਂ ਰਿਹਾ, ਲੋਕ ਮੁੜੇ ਜਾ ਰਹੇ ਆ, ਬੀਜੇਪੀ ਦੇ ਲੀਡਰਸ ਵੀ ਅਜਿਹਾ ਕਹਿੰਦੇ ਰਹੇ ਆ। ਤੁਹਾਨੂੰ ਕੀ ਲੱਗਦਾ? ਇੱਥੇ ਬੈਠੇ ਹੋ ਪਹਿਲੇ ਦਿਨ ਤੋਂ ਇਹ ਨੈਰੇਟਿਵ ਸਿਰਜਿਆ ਜਾਂਦਾ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਵੱਲੋਂ, ਜਿਹੜੇ ਲੋਕਾਂ ਨੂੰ ਅੱਜ ਆਪਦੇ ਤਾਜ ਦਾ ਫਿਕਰ ਹੋਇਆ ਪਿਆ। ਉਹ ਸਾਡੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਵੀ ਉੱਥੇ ਤਾਂ ਐਂ ਹੋ ਗਿਆ, ਉੱਥੇ ਤਾਂ ਇਕੱਠ ਘਟ ਗਿਆ, ਉੱਥੇ ਤਾਂ ਫਲਾਨਾ ਵੋਟਾਂ 'ਚ ਖੜਾ ਹੋਣ ਨੂੰ ਫਿਰਦਾ, 100 ਗੱਲਾਂ ਕਰਦਾ ਅਗਲਾ, ਜਦੋਂ ਪਤਾ ਵੀ ਅਗਲੇ ਦਾ ਤਾਂ ਮੂਹਰਲੇ ਆਪਣਾ ਤਾਂ ਕੁਛ ਬਚਣਾ ਹੀ ਨਹੀਂ। ਸੋ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਤੁਹਾਡੀ ਹੋਂਦ ਵੱਡੀ ਹੈ ਜਾਂ ਲੀਡਰਾਂ ਦੇ ਜਿਹੜੇ ਤਾਜ ਵੱਡੇ ਨੇ, MLA ਗਿਰੀ ਹੋਈ ਜਾਂ ਮਿਨਿਸਟਰੀ ਹੋਈ ਜਾਂ ਮੰਤਰੀ ਹੋਇਆ ਜਾਂ ਉਪ ਮੁੱਖ ਮੰਤਰੀ ਹੋਇਆ ਜਾਂ ਮੁੱਖ ਮੰਤਰੀ ਹੋਇਆ। ਸੋ ਇਹ ਵੱਡੀਆਂ ਚੀਜ਼ਾਂ ਨੇ। ਸਾਨੂੰ ਬਈ ਸੜਕਾਂ 'ਤੇ ਬੈਠਣ ਦੀ ਲੋੜ ਹੀ ਨਹੀਂ ਸੀ ਜੇ ਸਾਡੇ ਲੀਡਰ ਚੰਗੇ ਹੁੰਦੇ, ਠੀਕ ਹੈ। ਉਹੀ ਲੀਡਰ ਅੱਜ ਵਿਰੋਧ ਕਰ ਰਹੇ ਨੇ ਜਿਹੜੇ ਪਹਿਲਾਂ ਹੱਕ ਦੇ ਵਿੱਚ ਸਾਈਨ ਕਰਦੇ ਸੀ। ਅੱਜ ਉਹ ਕਹਿ ਰਹੇ ਆ ਕਿ ਵੀ ਅਸੀਂ ਹਿੱਤਾਂ 'ਚ ਤੁਹਾਡੇ, ਅਸੀਂ ਕਿਸਾਨਾਂ ਦੇ ਹਿੱਤ 'ਚ ਅਸੀਂ ਵਿਰੋਧ ਕਰ ਰਹੇ ਹਾਂ। ਕਿਸੇ ਵੱਲੋਂ ਪਾਰਲੀਮੈਂਟ ਦੇ ਅੱਗੇ ਸਿੱਟੇ ਵੰਡੇ ਜਾ ਰਹੇ ਆ, ਕੋਈ ਅੰਦਰ ਬੈਠਾ ਵਿਰੋਧ ਕਰ ਰਿਹਾ। ਤੁਹਾਨੂੰ ਕੀ ਲੱਗਦਾ, ਹੈਗੇ ਨੇ ਹਿੱਤਾਂ 'ਚ ਹੁਣ ਤੱਕ ਦੀ ਜਿਹੜੀ ਭੂਮਿਕਾ ਨਿਭਾਈ ਗਈ ਆ ਸੈਸ਼ਨ ਦੌਰਾਨ, ਤੁਹਾਨੂੰ ਕੀ ਲੱਗਦੀ ਆ? ਉੱਤੋਂ ਤਾਂ ਹੈਗੇ ਨੇ, ਪਰ ਅੰਦਰੋਂ ਨਹੀਂ ਮੈਨੂੰ ਲੱਗਦਾ। ਅੰਦਰੋਂ ਜੇ ਹੁੰਦੇ ਤਾਂ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ। ਦੇਖੋ ਆਪਾਂ ਨੂੰ ਤਾਂ ਬਾਅਦ 'ਚੋਂ ਪਤਾ ਲੱਗਦਾ ਨਾ, ਜਦੋਂ ਇਹ ਕਾਨੂੰਨ ਬਣੇ ਨੇ ਉਹਨਾਂ ਨੂੰ ਤਾਂ ਪਹਿਲਾਂ ਪਤਾ ਸੀ ਨਾ, ਉਹ ਖਬਰਾਂ ਲੱਗੀਆਂ ਹੋਈਆਂ ਨਾ ਬਕਾਇਦਾ ਤੌਰ 'ਤੇ, ਠੀਕ ਆ। ਆਪਾਂ ਇੱਕ ਨੂੰ ਟਾਰਗੇਟ ਨਹੀਂ ਕਰਦੇ, ਸਾਰੇ ਇੱਕੋ ਜਿੱਕੇ ਹੀ ਆ ਬਾਈ ਇਹ, ਠੀਕ ਆ। ਜਿਹਦੇ ਮਗਰ ਲੀਡਰ ਲੱਗ ਗਿਆ ਨਾ, ਕੋਈ ਵੀ ਚੰਗਾ ਨਹੀਂ ਹੋ ਸਕਦਾ। ਸਾਨੂੰ ਸਮਾਜ ਨੂੰ ਸੁਧਾਰ ਕਰਨ ਦੇ ਲਈ ਸਾਨੂੰ ਆਪਦੇ ਆਪ 'ਚ ਸੁਧਾਰ ਲਿਆਉਣਾ ਪੈਣਾ, ਅਤੇ ਹਰ ਇੱਕ ਨੂੰ ਜ਼ਿੰਮੇਵਾਰੀ ਚੱਕਣੀ ਪੈਣੀ ਹੈ, ਠੀਕ ਆ। ਇਹ ਨਹੀਂਗਾ ਵੀ ਹੁਣ ਆਪਾਂ ਕਹਿ ਦਈਏ ਵੀ ਜੇ ਥੋੜ੍ਹੇ ਬੰਦੇ ਮੂਹਰੇ ਲੱਗੇ ਆ ਸਮਾਜ ਨੂੰ ਸੁਧਾਰਨ ਦੇ ਲਈ ਜਾਂ ਇਸ ਪੰਜਾਬ ਪ੍ਰਤੀ ਚਿੰਤਤ ਨੇ, ਤਾਂ ਉਹੀ ਕਰਨਗੇ ਜੀ। ਆਪਾਂ ਕੀ ਲੈਣਾ ਵੀ ਭਗਤ ਸਿੰਘ ਜੰਮੇ ਤਾਂ ਗਵਾਂਢੀਆਂ ਦੇ ਜੰਮੇ, ਸਾਡੇ ਨਾ ਜੰਮੇ। ਹਰ ਇੱਕ ਪਰਿਵਾਰ ਨੂੰ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਚੀਜ਼ ਦੀ ਚਿੰਤਾ ਕਰਨੀ ਚਾਹੀਦੀ ਹੈ, ਅਤੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਬਹੁਤ ਮਾੜੀ ਕੀਤੀ ਆ। ਵੀ ਭਗਤ ਸਿੰਘ ਜੰਮੇ ਪਰ ਗਵਾਂਢੀਆਂ ਦੇ ਜੰਮੇ, ਨੌਜਵਾਨਾਂ ਦੀ ਗੱਲ ਕੀਤੀ ਆ ਵੀ ਮੂਹਰੇ ਲੱਗਣ ਦੀ ਲੋੜ ਆ। ਜੇ ਗੱਲ ਕਰੀਏ ਮੂਹਰੇ ਲੱਗਣ ਦੀ, ਰੁਪਿੰਦਰ ਜਲਾਲ ਮੂਹਰੇ ਲੱਗੂਗਾ? ਦੇਖੋ ਬਾਈ ਪਤਾ ਕਿੱਦਾਂ, ਆਪਾਂ ਤਾਂ ਇੱਕ ਸੇਵਾਦਾਰ ਹਾਂ। ਆਪਾਂ ਤਾਂ ਹੁਣ ਵੀ ਜੋ ਆਪਾਂ ਕਿਹਾ ਤਾਂ ਉਹ ਨਿਭਾ ਰਹੇ ਹਨ, ਆਪਦੇ ਕਹੇ ਹੋਏ ਬੋਲ ਨਿਭਾ ਰਹੇ ਹਾਂ, ਅਤੇ ਆਪਣੀ ਹੋਂਦ ਲਈ ਬੈਠੇ ਹਾਂ। ਅਤੇ ਮੈਂ ਕਹਿੰਦਾ ਵੀ ਇੱਥੇ ਆ ਕੇ ਬੈਠੀਏ ਯਾਰ, ਗੁਰੂ ਨਾਨਕ ਸਾਹਿਬ ਦੀ ਇੰਨੀ ਕੁ ਕਿਰਪਾ ਇੱਥੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਗਲਤ ਖਿਆਲ ਹੀ ਨਹੀਂ ਜਾਂਦਾ ਹੈ ਨਾ। ਅਤੇ ਜੇ ਆਪਾਂ ਸਾਂਝੇ ਮੰਨ ਲਓ ਵੀ ਆਪਾਂ ਸਮਾਜ ਦੀ ਲੜਾਈ ਲੜਦੇ ਹਾਂ ਜਾਂ ਆਪਾਂ ਹੈ ਨਾ ਇਸ ਚੀਜ਼ ਦੇ ਵਿੱਚ ਪੈਰ ਧਰਦੇ ਆ, ਤਾਂ ਤੁਹਾਨੂੰ ਐਨਰਜੀ ਜਿਹੜੀ ਕੁਦਰਤੀ ਪਰਮਾਤਮਾ ਵੱਲੋਂ ਮਿਲਦੀ ਆ। ਇੱਥੇ ਗੱਲ ਰੁਪਿੰਦਰ ਦੀ ਨਹੀਂ, ਇੱਥੇ ਸਾਰਿਆਂ ਨੂੰ ਹੀ ਜਿਹੜਾ ਆਪਣਾ ਫਰਜ਼ ਆ ਉਹ ਨਿਭਾਉਣਾ ਪੈਣਾ ਬਾਈ।
ਇਕੱਲਾ ਰੁਪਿੰਦਰ ਨਹੀਂ ਨਿਭਾਊਗਾ, ਘਰ ਘਰ ਦੇ ਵਿੱਚੋਂ ਜੇ ਫਰਜ਼ ਨਿਭਾਵਾਂਗੇ ਲੀਡਰਾਂ ਦਾ, ਆਪਾਂ ਖਹਿੜਾ ਛੱਡ ਕੇ, ਤਾਂ ਫੇਰ ਕੁਝ ਬਣੂਗਾ ਆਪਣਾ। ਰੁਪਿੰਦਰ, ਜੇ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਗੁਰਨਾਮ ਚੜੂਨੀ ਕਹਿ ਰਹੇ ਆ, ਤੁਸੀਂ ਕਿਹਾ ਕਿ ਵਿਰੋਧੀ ਧਿਰਾਂ ਨੇ ਪਰ ਉਹ ਕਿਸਾਨਾਂ ਦੇ ਹੱਕ 'ਚ ਨਹੀਂ ਆ, ਉੱਤੋਂ ਹੱਕ 'ਚ ਨੇ, ਅੰਦਰੋਂ ਹੱਕ 'ਚ ਨਹੀਂ ਗੀਆਂ। ਪ੍ਰਸ਼ੰਕੇ ਜਿਹੜੇ ਖੜੇ ਕਰ ਰਹੇ ਹੋ ਤੁਸੀਂ, ਗੁਰਨਾਮ ਚੜੂਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਿਸ਼ਨ ਪੰਜਾਬ ਚਲਾਇਆ ਜਾਵੇ, ਸਹਿਮਤ ਹੋ ਫਿਰ ਤੁਸੀਂ? ਹਾਂ, ਸਹਿਮਤ ਵੀ ਆ ਤੇ ਨਹੀਂ ਵੀ ਸਹਿਮਤ। ਸਹਿਮਤ ਇਸ ਕਰਕੇ ਆ ਵੀ ਬਦਲਾਅ ਜ਼ਰੂਰੀ ਆ, ਤੇ ਨਹੀਂ ਸਹਿਮਤ ਇਸ ਕਰਕੇ ਵੀ ਪਹਿਲਾਂ ਸਾਡਾ ਮੋਰਚਾ ਜਿੱਤਣਾ ਬਹੁਤ ਜ਼ਰੂਰੀ ਆ। ਜੇ ਮੋਰਚਾ ਜਿੱਤਾਂਗੇ ਤਾਂ ਆਟੋਮੈਟਿਕ ਹੀ ਜਿਹੜਾ ਲੋਕਾਂ 'ਚ ਬਦਲਾਅ ਆ ਗਿਆ, ਹੈ ਨਾ। ਸੋ ਵਧੀਆ ਕਰ ਰਹੇ ਨੇ, ਸਿਆਣੇ ਨੇ, ਆਪਾਂ ਇਹ ਨਹੀਂ ਕਹਿ ਰਹੇ। ਜੇ ਉਹਨਾਂ ਨੂੰ ਲੱਗਿਆ ਤਾਂ ਕੁਛ ਉਹ ਤਾਂ ਹੀ ਕਰ ਰਹੇ ਨੇ, ਤੇ ਮੈਨੂੰ ਲੱਗਦਾ ਵੀ ਠੀਕ ਹੈ। ਜਿਹੜੇ ਲੋਕ ਇੱਥੇ ਨਹੀਂ ਆਉਂਦੇ ਤੇ ਉੱਥੇ ਉਹਨਾਂ ਦਾ ਮਿਸ਼ਨ ਪੰਜਾਬ 'ਚ ਹੀ ਸਾਥ ਦੇ ਦੇਣ, ਠੀਕ ਹੈ। ਜਿਹੜੇ ਇੱਥੇ ਨਹੀਂ ਆ ਸਕਦੇ ਜਾਂ ਕਿੱਦਾਂ ਵੀ, ਉਹ ਉਧਰ ਸਾਥ ਦੇ ਦੇਣ। ਪਰ ਮੇਰਾ ਖਿਆਲ ਆ ਵੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੂੰ ਮੋਰਚਾ ਜਿੱਤਣਾ ਬਹੁਤ ਜ਼ਰੂਰੀ ਹੈ। ਜੇ ਮੋਰਚਾ ਜਿੱਤਾਂਗੇ ਤਾਂ ਆਟੋਮੈਟਿਕ ਹੀ ਜਿਹੜਾ ਤੁਹਾਡੀ ਰਿਸਪੈਕਟ ਆ ਜਿਹੜੀ ਲੋਕਾਂ ਦੇ ਵਿੱਚ, ਜੇ ਅੱਜ ਇੱਥੇ ਆ ਤਾਂ ਇੱਥੇ ਹੋ ਜਾਣੀ ਹੈ। ਸੋ ਮੋਰਚੇ 'ਤੇ ਸਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ। ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਘਰਾਂ 'ਚ ਬੈਠੇ ਨੇ? ਤੁਸੀਂ ਕਹਿ ਰਹੇ ਹੋ ਵੀ ਠੀਕ ਆ, ਮੁੜ ਕੇ ਸੀ ਦੁਬਾਰਾ ਫੇਰ ਆ ਰਹੇ ਆ, ਹੁਣ ਕੁਝ ਘਰਾਂ 'ਚ ਬੈਠੇ ਵੀ ਆ ਹਲੇ, ਕੀ ਕਹੋਗੇ ਉਹਨਾਂ ਨੂੰ? ਮੈਂ ਤਾਂ ਬਈ ਇਹੀ ਕਹਿਣਾ ਚਾਹੁੰਦਾ ਵੀ ਨਿਕਲੋ ਬਾਹਰ ਮਕਾਨੋਂ ਸੇ, ਜੰਗ ਲੜੋ ਬੇਈਮਾਨੋਂ ਸੇ। ਇਹ ਬੇਈਮਾਨ ਲੋਕ ਨੇ, ਦਿਨ ਬ ਦਿਨ ਮਹਿੰਗਾਈ ਵੱਧ ਰਹੀ ਹੈ। ਇੱਕ ਉਦਾਹਰਨ ਦਿੰਦਾ, ਇੱਕ ਗਰੀਬ ਦੁਕਾਨਦਾਰ 30 ਰੁਪਏ ਵਾਲੀ ਚੀਜ਼ 35 'ਚ ਲਾ ਲੇ, ਤੇ ਮੇਰੇ ਵਰਗਾ ਉਹਨੂੰ ਖਾਣ ਤੱਕ ਜਾਂਦਾ। ਤੂੰ ਇਹ 5 ਰੁਪਏ ਵੱਧ ਕੇ ਕਿਵੇਂ ਲਾਏ? ਤੇ ਇੱਥੇ ਨਿੱਤ ਪੈਟਰੋਲ, ਡੀਜ਼ਲ, ਗੈਸ ਤੇ ਸਰੋਂ ਦਾ ਤੇਲ, ਪਤਾ ਨਹੀਂ ਕਿੰਨੀ ਚੀਜ਼ਾਂ 'ਚ ਜਿਹੜਾ ਨਿੱਤ ਵਾਧਾ ਹੋ ਰਿਹਾ ਯਾਰ। ਆਓ ਲੜੀਏ ਆਪਾਂ ਯਾਰ। ਇਹ ਤਾਂ ਫਿਰ ਐਂ ਚੱਲੀ ਜਾਊਗਾ। ਇਹ ਤਾਂ ਫਿਰ ਜਿਹੜੇ ਅਮੀਰ ਲੋਕਾਂ ਦੀ ਪਹੁੰਚ ਹੀ ਰਹਿ ਜਾਣਗੀਆਂ ਚੀਜ਼ਾਂ, ਆਮ ਬੰਦੇ ਦੀ ਪਹੁੰਚ ਤਾਂ ਅੱਜ ਵੀ ਹੈ ਨਹੀਂ ਗੀਆਂ। ਜਿਹੜਾ ਬੰਦਾ 200-300 ਦਿਹਾੜੀ ਕਰਦਾ ਹੈ, ਕਮਾਉਂਦਾ ਹੈ, ਉਹ ਕੀ ਖਾਊਗਾ, ਕੀ ਉਹ ਸੇਵ ਕਰੂਗਾ, ਕਿੱਧਰ ਜਾਊਗਾ ਬਾਈ? ਉਹ ਤਾਂ ਮਰੂਗਾ ਹੀ, ਹੈ ਨਾ ਵਿਚਾਰਾ। ਹੁਣ ਸੋ ਇਹੀ ਬੇਨਤੀ ਕਰਦੇ ਹਾਂ ਬਾਈ ਵੀ ਆ ਕੇ ਆਪਾਂ ਇੱਥੇ ਇਹਨਾਂ, ਠੀਕ ਹੈ, ਮੋਰਚੇ ਦੇ ਵਿੱਚ ਆਪਾਂ ਸਾਥ ਦਈਏ। ਇੱਥੇ ਆ ਕੇ ਆਪਾਂ ਇਦੋਂ ਵਧੀਆ ਪਲੇਟਫਾਰਮ ਨਹੀਂ ਮਿਲ ਸਕਦਾ, ਠੀਕ ਆ। ਇੱਥੇ ਦਿੱਲੀ ਦੀਆਂ ਬਰੂਹਾਂ 'ਤੇ ਆ ਕੇ ਬੈਠੇ ਆ। ਦੇਖੋ, ਲੋਕਲ ਲੋਕਾਂ ਨਾਲ ਸਾਡਾ ਕੋਈ ਵੈਰ ਨਹੀਂ। ਜਿਹੜੇ ਦਿੱਲੀ ਲੋਕਲ, ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਏ ਆ। ਪਰ ਜਿਹੜੇ ਇੱਥੇ ਬੈਠੇ ਆ ਭੀੜੀਆਂ ਪਜਾਮੀਆਂ ਪਾ ਕੇ, ਮੋਟੇ ਢਿੱਡਾਂ ਵਾਲੇ, ਜਿਹੜੇ ਸਾਨੂੰ ਖਾ ਰਹੇ ਨੇ, ਹਰ ਰੋਜ਼ ਖਾ ਰਹੇ ਨੇ, ਉਹਨਾਂ ਖਿਲਾਫ ਲੜਾਂਗੇ ਤਾਂ ਫੇਰ ਹੀ ਉਹਨਾਂ ਨੇ ਜਾਣਾ ਹੈ। ਤੇ ਨਹੀਂ, ਉਹ ਇਸੇ ਤਰ੍ਹਾਂ ਬੈਠਣਗੇ। ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਫਤਵੇ ਆ ਉਹ ਸਾਡੇ ਤੇ ਲਾਗੂ ਹੁੰਦੇ ਰਹਿਣਗੇ। ਗੁਰਨਾਮ ਚੜੂਨੀ ਹੋਰਾਂ ਨੇ ਕਿਹਾ ਕਿ ਮੈਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਨਹੀਂ ਜਾਊਂਗਾ। ਉਹਨਾਂ ਨੂੰ ਮਨਾਉਣ ਦੇ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ। ਬੀਜੇਪੀ ਦੇ ਲੀਡਰਸ ਕਹਿ ਰਹੇ ਆ ਕਿ ਜਿਹੜੇ ਆਪ ਹੀ ਦੋ ਫਾੜਾ, ਆਪ ਹੀ ਜਿਹੜੇ ਇਕੱਠੇ ਨਹੀਂ ਗਏ। ਇੱਥੋਂ ਤੱਕ ਜਿਹੜੇ ਸਵਾਲ ਖੜੇ ਕੀਤੇ ਗਏ ਉਹਨਾਂ ਦੇ ਵੱਲੋਂ, ਤੁਹਾਨੂੰ ਲੱਗਦਾ ਵੀ ਮੋਰਚਾ ਯੂਨਾਈਟ ਹੈ ਜਾਂ ਨਹੀਂ ਹੈ? ਦੇਖੋ, ਬੀਜੇਪੀ ਵਾਲਿਆਂ ਨੂੰ ਜਵਾਬ ਇਸੇ ਗੱਲ ਦਾ ਦੇਣਾ ਚਾਹੁੰਦੇ ਆ ਵੀ ਅਸੀਂ ਆਪਸ ਵਿੱਚ, ਸਾਡੇ ਘਰ 'ਚ ਜਿੰਨਾ ਮਰਜ਼ੀ ਕਲੇਸ਼ ਹੋਵੇ, ਪਰ ਤੁਹਾਡੇ ਵਿਰੋਧੀ ਅਸੀਂ ਸਾਰੇ ਇਕੱਠੇ ਹਾਂ। ਜਦੋਂ ਤੁਹਾਡਾ ਵਿਰੋਧ ਕਰਨਾ ਅਸੀਂ ਸਾਰੇ ਇਕੱਠੇ ਹਾਂ, ਠੀਕ ਆ। ਉਹਨਾਂ ਦਾ ਵੀ ਟਾਰਗੇਟ ਉਹੀ ਹੈ, ਸੰਯੁਕਤ ਕਿਸਾਨ ਮੋਰਚੇ ਦਾ ਵੀ ਟਾਰਗੇਟ ਉਹੀ ਹੈ। ਜਿਹੜਾ ਇੱਥੇ ਕਿਸਾਨ ਬੈਠਾ ਹੈ ਉਹਦਾ ਵੀ ਟਾਰਗੇਟ ਉਹੀ ਹੈ। ਕਿਹੜਾ? 3 ਕਾਲੇ ਕਾਨੂੰਨ ਰੱਦ ਕਰਾਉਣੇ, MSP ਗਰੰਟੀ, ਠੀਕ ਹੈ। ਸੰਯੁਕਤ ਕਿਸਾਨ ਮੋਰਚੇ ਨੇ ਚਲੋ ਜੇ ਉਹ ਬਣਾਈ ਆ ਨਾ ਸੈੱਟ, ਤਾਂ ਵਧੀਆ ਗੱਲ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਹੱਲ ਇਹਦਾ ਜ਼ਰੂਰ ਨਿਕਲੂਗਾ। ਹੋ ਜਾਂਦੀਆਂ ਘਰਾਂ ਦੇ ਵਿੱਚ ਗੱਲਾਂ, ਲੰਬੀ ਲੜਾਈ ਹੋ ਗਈ ਨਾ, ਇਹ 1-2 ਮਹੀਨਿਆਂ ਦਾ ਤਾਂ ਹੁੰਦਾ, ਫਿਰ ਤਾਂ ਸਰ ਜਾਂਦਾ। ਹੁਣ 9ਵੇਂ ਮਹੀਨੇ ਦੇ ਵਿੱਚ ਆਪਾਂ ਪ੍ਰਵੇਸ਼ ਕਰ ਚੁੱਕੇ ਹਾਂ। 26 ਤਰੀਕ ਨੂੰ 9 ਮਹੀਨੇ ਕੰਪਲੀਟ ਹੋ ਜਾਣੇ ਆ। ਹੋ ਜਾਂਦਾ ਹੈ ਆਪਸ ਵਿੱਚ ਤਕਰਾਰਬਾਜ਼ੀਆਂ, ਕੋਈ ਗੱਲਾਂ ਬਾਤਾਂ। ਪਰ ਬੀਜੇਪੀ ਦੇ ਅਸੀਂ ਹਮੇਸ਼ਾ ਵਿਰੋਧੀ ਹਾਂ। ਸਾਰੇ ਇਕੱਠੇ ਲੜ ਕੇ ਉਹਦੇ ਵਿਰੋਧ ਦੇ ਵਿੱਚ ਲੜਾਂਗੇ। ਜਥੇਦਾਰ ਦਾਦੂਵਾਲ ਦਾ ਵੀ ਵਿਰੋਧ ਹੋ ਰਿਹਾ। ਜਥੇਦਾਰ ਦਾਦੂਵਾਲ ਨੂੰ ਜੋ ਚੜੂਨੀ ਹੋਰਾਂ ਨੇ, ਬੀਜੇਪੀ ਦਾ ਏਜੰਟ, ਉਹਨਾਂ ਨੇ ਆਖਿਆ ਸੀ। ਉਸ ਤੋਂ ਬਾਅਦ ਬਿਆਨ ਆਇਆ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੇ ਵੱਲੋਂ ਵੀ, ਉਹਨਾਂ ਨੇ ਵੀ ਜੋ ਹੈ ਨਿਸ਼ਾਨੇ ਸਾਧੇ ਆ ਚੜੂਨੀ ਹੋਰਾਂ ਤੇ। ਕੀ ਲੱਗਦਾ ਹੈ, ਜੋ ਬਲਜੀਤ ਸਿੰਘ ਦਾਦੂਵਾਲ ਦੀ ਜੇ ਗੱਲ ਕਰ ਲਈਏ, ਉਹਨਾਂ ਦਾ ਕਹਿਣਾ ਕਿ ਮੈਂ CM ਖੱਟਰ ਨੂੰ ਮਿਲਿਆ ਸੀਗਾ, ਇਸ ਕਰਕੇ ਮਿਲਿਆ ਸੀ ਕਿ ਉਹ ਜੋ ਹੈ ਵਿੱਚ ਪੈ ਕੇ ਗੱਲ ਕਰਨ, ਮੈਂ ਤਾਂ ਆਪ ਕਿਸਾਨਾਂ ਦੇ ਹਿੱਤ 'ਚ। ਤੁਹਾਨੂੰ ਕੀ ਲੱਗਦਾ? ਪਹਿਲੀ ਗੱਲ ਤਾਂ ਬਾਈ ਦਾਦੂਵਾਲ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਸੀਂ ਵਿਚੋਲਗਿਰੀ ਵਾਲੇ ਕੰਮ 'ਚ ਨਾ ਹੀ ਪਾਓ ਤਾਂ ਵਧੀਆ ਗੱਲ ਆ। ਕਿਉਂਕਿ ਕੌਮ ਨੂੰ ਤੇ ਲੋਕਾਂ ਨੂੰ ਉਹਨਾਂ 'ਤੇ ਬਾਹਲਾ ਵਿਸ਼ਵਾਸ ਨਹੀਂ ਰਿਹਾ ਹੁਣ, ਠੀਕ ਆ। ਬਰਗਾੜੀ ਮੋਰਚੇ ਦੇ ਵਿੱਚ ਕੀ ਕੁਛ ਹੋਇਆ ਉਹ ਸਾਰਿਆਂ ਨੂੰ ਪਤਾ ਹੀ ਹੈ। ਸੋ ਠੀਕ ਹੈ। ਮੰਡ ਤੇ ਸਵਾਲ ਖੜੇ ਕਰਦੇ ਹੋ, ਕਹਿੰਦੇ ਉਹਨਾਂ ਨੂੰ ਪੁੱਛੋ। ਉਹ ਵੀ ਨਾਲ ਹੀ ਸੀ ਨਾ, ਟੀਮ ਦਾ ਹਿੱਸਾ ਤਾਂ ਉਹ ਵੀ ਸੀ ਨਾ, ਠੀਕ ਹੈ। ਲੋਕਾਂ ਨੇ ਸਹਿਯੋਗ ਤਾਂ ਦਿੱਤਾ ਨਾ, ਸਾਰੀ ਇੱਕ ਯੂਨਿਟੀ ਸੀ ਤਾਂ ਸੀ। ਉਹਨਾਂ 'ਤੇ ਸਾਰਿਆਂ 'ਤੇ ਵਿਸ਼ਵਾਸ ਸੀ, ਚਾਹੇ ਉਹ ਮੰਡ ਸਾਹਿਬ ਸੀਗੇ ਤੇ ਚਾਹੇ ਉਹ ਦਾਦੂਵਾਲ ਸਾਹਿਬ ਸੀ ਜਾਂ ਕੋਈ ਹੋਰ ਬੰਦੇ ਸੀਗੇ। ਸਾਰਿਆਂ 'ਤੇ ਇੱਕ ਵਿਸ਼ਵਾਸ ਸੀ। ਜਿਵੇਂ ਅੱਜ ਸੰਯੁਕਤ ਮੋਰਚੇ ਦਾ ਵਿਸ਼ਵਾਸ ਆ ਲੋਕਾਂ ਦਾ, ਠੀਕ ਆ। ਇਸੇ ਤਰ੍ਹਾਂ ਉਸ ਟਾਈਮ ਵੀ ਵਿਸ਼ਵਾਸ ਸੀ। ਵਿਸ਼ਵਾਸ ਤਾਂ ਟੁੱਟਿਆ ਨਾ, ਲੋਕ ਟੁੱਟੇ ਨੇ, ਠੀਕ ਆ। ਲੋਕਾਂ ਦਾ ਵਿਸ਼ਵਾਸ ਟੁੱਟਿਆ,
ਲੜਨ ਦੀ ਜਿਹੜੀ ਸ਼ਕਤੀ ਆ ਉਹ ਘਟ ਜਾਂਦੀ ਆ ਬਾਈ ਜਦੋਂ ਇਸ ਤਰ੍ਹਾਂ ਦੇ ਧੋਖੇ ਹੋਣ। ਸੋ ਜੇ ਉਹ ਮਿਲੇ ਸੀ ਖੱਟਰ ਨੂੰ ਤਾਂ ਫਿਰ ਹੱਲ ਕਿਉਂ ਨਹੀਂ ਨਿਕਲਿਆ? ਜੇ ਤੁਹਾਡੀ ਇੰਨੀ ਆਪਾਂ ਕਹਿ ਦਈਏ ਨੇੜਤਾ ਸੀ ਉਹਨਾਂ ਨਾਲ, ਤੁਹਾਨੂੰ ਇੱਥੋਂ ਪੰਜਾਬ 'ਚੋਂ ਜਾ ਕੇ ਹਰਿਆਣੇ ਦੇ ਵਿੱਚ ਮਿਲਣਾ ਪਿਆ, ਵੈਸੇ ਉਹ ਹਰਿਆਣੇ 'ਚ ਹੀ ਨੇ, ਤੇ ਉਹਨੂੰ ਮਿਲਣਾ ਪਿਆ ਉਹਨਾਂ ਨੂੰ, ਤੇ ਫਿਰ ਹੱਲ ਕਿਉਂ ਨਹੀਂ ਨਿਕਲਿਆ ਹਜੇ ਤੱਕ? ਹੱਲ ਕੱਢੋ ਫਿਰ ਕੋਈ, ਕਹੋ ਉਹਨਾਂ ਨੂੰ ਖੱਟਰ ਨੂੰ ਵੀ ਕਰਾ ਦੇ ਬਿੱਲ ਰੱਦ ਭਾਈ। 9 ਮਹੀਨੇ ਹੋ ਗਏ ਇੱਥੇ, 8 ਮਹੀਨੇ ਬੈਠਿਆਂ ਨੂੰ, 550 ਸ਼ਹੀਦ ਹੋ ਗਿਆ ਬੰਦਾ, ਤਾਂ ਇੱਕ ਚਲਿਆ ਜਾਣਾ ਬਹੁਤ ਘਾਟਾ ਹੋ ਜਾਂਦਾ, 550 ਗਿਆ ਬਈ, ਠੀਕ ਹੈ। 550 ਬੰਦੇ ਦਾ ਸਿਰ ਦੇ ਕੇ ਅਸੀਂ ਇਹ ਜਿਹੜਾ ਮੋਰਚਾ ਖੜਾ ਕੀਤਾ। ਹਜੇ ਪੰਜਾਬ ਵਾਲਿਆਂ ਦੀ ਤਾਂ ਗਿਣਤੀ ਅਲੱਗ ਹੈ, ਜਿਹੜੇ ਟੂਲ ਟੈਕਸਾਂ ਤੇ ਸ਼ਹੀਦ ਹੋਏ ਨੇ ਉਹ ਅਲੱਗ ਹੈ, 550 ਦੀ ਗਿਣਤੀ ਤਾਂ ਇੱਥੇ ਹੈ। ਕਿਉਂ ਹੱਲ ਕਰ ਦਿਓ, ਇੱਕ ਬਿਆਨ ਹੀ ਦਵਾ ਦਿਓ ਵੀ ਮਾੜਾ ਹੋਇਆ 550। ਖੱਟਰ ਤੋਂ ਬਿਆਨ ਹੀ ਦਵਾ ਦੇ ਬਲਜੀਤ ਸਿੰਘ ਦਾਦੂਵਾਲ ਵੀ 550 ਬੰਦਾ ਸ਼ਹੀਦ ਹੋ ਗਿਆ, ਬਹੁਤ ਮਾੜੀ ਗੱਲ ਹੋਈ। ਇਹ ਗੱਲਾਂ ਕਹਿਣ ਵਾਲੀਆਂ ਬਈ, ਕਰਨ ਕਰਾਉਣ 'ਚ ਬਹੁਤ ਫਰਕ ਹੁੰਦਾ। ਉਹਨੂੰ ਕੀ ਲੱਗਦਾ ਕਿ ਜੇ ਮੋਰਚੇ ਦੀ ਰਣਨੀਤੀ ਦੀ ਗੱਲ ਕਰੀਏ, ਸਟ੍ਰੈਟਜੀ ਦੀ ਗੱਲ ਕਰੀਏ, ਕੀ ਹੋਣੀ ਚਾਹੀਦੀ ਹੈ? ਕਾਲ ਚਾਹੀਦੀ ਆ, ਵਧੀਆ ਕਾਲ, ਜਿਹੜੇ ਪੰਜਾਬ ਤੋਂ ਲੋਕ ਆਉਣ ਪਹਿਲਾਂ ਵਾਂਗੂ, ਜਿਵੇਂ ਟਰੈਕਟਰ ਟਰਾਲੀਆਂ ਭਰ ਕੇ ਵੀ ਆ ਗਏ, ਇਸ ਤਰ੍ਹਾਂ ਦੀ ਕੋਈ ਕਾਲ, ਜਿਹੜੀ ਸੇਫ ਕਾਲ ਚਾਹੀਦੀ ਆ ਵੀ ਠੀਕ ਹੈ, ਜਿਹਦੇ ਵਿੱਚ ਸਾਡਾ ਨੁਕਸਾਨ ਵੀ ਨਾ ਹੋਵੇ, ਠੀਕ ਹੈ। ਅਤੇ ਇਸ ਤਰ੍ਹਾਂ ਦਾ ਦੇਖੋ ਕਿੰਨੇ ਦਿਮਾਗ ਨੇ, ਸਾਰੇ ਆਪੋ ਆਪਣਾ ਦਿਮਾਗ ਜਿਹੜਾ ਲੜਾਈਏ ਆਪਾਂ, ਜਿੰਨੇ ਵੀ ਆਪਣੇ ਹੈਗੇ ਆਗੂ ਨੇ, ਹੋਰ ਲੋਕਾਂ ਦੀ ਵੀ ਰਾਏ ਲਈ ਜਾਵੇ। ਹੋ ਸਕਦਾ ਜਿਹੜੇ ਆਮ ਲੋਕ ਵਾਚ ਕਰਦੇ ਨੇ ਹਰ ਰੋਜ਼, ਉਹਨਾਂ ਕੋਲੇ ਕੋਈ ਹੋਰ ਵਧੀਆ ਆਈਡੀਆ ਹੋਣ ਵੀ ਇਸ ਤਰ੍ਹਾਂ ਸਰਕਾਰ ਨੂੰ ਜਿਹੜਾ ਝੁਕਾਇਆ ਜਾ ਸਕਦਾ। ਲੱਗਦਾ ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਫਿਰ ਆਮ ਲੋਕਾਂ ਤੱਕ, ਜਾਂ ਕੋਈ ਸੁਝਾਅ ਮੰਗਣੇ ਚਾਹੀਦੇ ਉਹਨਾਂ ਦੇ? ਤੁਹਾਨੂੰ ਐਂ ਲੱਗਦਾ ਬਾਕਸ ਕੋਈ ਇਸ ਤਰ੍ਹਾਂ ਦਾ ਕੋਈ ਨੰਬਰ ਇੱਕ ਸਾਂਝਾ ਹੈ ਨਾ, ਜਿਹੜਾ ਜਿਹਦੇ ਤੇ ਕਾਲ ਕੀਤੀ ਤੇ ਜਿਹੜਾ ਚੱਕੇ, ਇਹ ਨਹੀਂਗਾ ਵੀ ਨੰਬਰ ਛੱਡਤਾ ਤੇ ਮੁੜ ਕੇ ਕੋਈ ਚੱਕੇ ਨਾ, ਤੇ ਮੂਹਰੋਂ ਕੋਈ ਜੇ ਕੋਈ ਚੱਕੇ ਤਾਂ ਮੂਹਰੋਂ ਕੋਈ ਸਿੱਧਾ ਨਾ ਬੋਲੇ। ਨਹੀਂ ਅਕਸਰ ਆਪਾਂ ਦੇਖਦੇ ਹੁੰਦੇ ਆ ਵੀ ਕੋਈ ਨੰਬਰ ਤਾਂ ਛੱਡ ਦਿੰਦੇ ਹੁੰਦੇ ਆ, ਮੂਹਰੋਂ ਕੋਈ ਸਿੱਧਾ ਨਹੀਂ ਬੋਲਦਾ, ਕਿਉਂਕਿ ਇਹ ਬਈ ਘਰ ਘਰ ਦੀ ਲੜਾਈ ਹੈ। ਤੇ ਘਰ ਘਰ ਦੇ ਵਿੱਚ ਲੋਕ ਜਿਹੜੇ ਚਿੰਤਤ ਨੇ, ਚਾਹੇ ਉਹ ਪੰਜਾਬ ਆ, ਚਾਹੇ ਹਰਿਆਣਾ ਜਾਂ ਹੋਰ ਸਟੇਟਾਂ ਨੇ, ਤੇ ਚਾਹੇ ਬਾਹਰਲੀਆਂ ਕੰਟਰੀਆਂ ਨੇ, ਠੀਕ ਆ, ਉਹ ਲੋਕ ਅੱਜ ਵੀ ਨਹੀਂ ਟੁੱਟੇ। ਮੈਨੂੰ ਇੱਕ ਬਜ਼ੁਰਗ ਦਾ ਫੋਨ ਆਇਆ, ਉਹ ਰੋਣ ਲੱਗ ਗਿਆ ਵਿਚਾਰਾ। ਮੈਂ ਬਾਬਾ ਜੀ ਰੋਨੇ ਕਿਉਂ ਆ? ਕਹਿੰਦਾ ਸ਼ੇਰਾ ਜ਼ਮੀਨਾਂ ਬਹੁਤ ਔਖੀਆਂ ਬਣਾਈਆਂ, ਧੰਨਵਾਦ ਤੁਹਾਡਾ ਲੋਕਾਂ ਦਾ, ਜਿੰਨੇ ਲੋਕ ਤੁਸੀਂ ਬੈਠੇ ਹੋ, ਸਾਡੀਆਂ ਜ਼ਮੀਨਾਂ ਵੀ ਕਹਿੰਦਾ ਤੁਹਾਡੇ ਕਰਕੇ ਬਚ ਜਾਣਗੀਆਂ। ਇੰਨਾ ਚਿੰਤਤ ਨੇ ਉਹ ਲੋਕ, ਠੀਕ ਹੈ। ਹਰ ਰੋਜ਼ ਸੇਵਾਵਾਂ ਆਉਂਦੀਆਂ ਨੇ, ਰਾਸ਼ਨ ਆਉਂਦਾ ਹੈ, ਜਾਂ ਹੋਰ ਆਪਾਂ ਦੁੱਧ ਦੀ ਸੇਵਾ ਕਹਿ ਦਈਏ, ਤਾਂ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ 'ਤੇ ਹੈ ਨਾ, ਉਹ ਭੇਜ ਰਹੇ ਨੇ, ਉਹ ਲਗਾਤਾਰ ਜੁੜੇ ਹੋਏ ਨੇ। ਬੇਸ਼ੱਕ ਸਾਡੇ ਪੰਜਾਬ ਵਾਲੇ ਕਈ ਲੋਕ ਪਾਰਟੀਆਂ ਮਗਰ ਲੱਗ ਕੇ ਟੁੱਟ ਗਏ, ਪਰ ਬਾਹਰਲੇ ਅੱਜ ਵੀ ਜੁੜੇ ਹੋਏ ਨੇ। ਸੋ ਬੇਨਤੀ ਇਹੀ ਕਰਦੇ ਹਾਂ ਵੀ ਸਾਰੇ ਆਪਾਂ ਇਕਜੁੱਟਤਾ ਦੇ ਨਾਲ, ਹਰ ਰੋਜ਼ ਬਾਈ ਇਹੀ ਗੱਲ ਕਰਦੇ ਹਾਂ, ਲਾਈਵ ਵੀ ਹੁੰਦੇ ਆ, ਉਦੋਂ ਵੀ ਇਹੀ ਕਹਿੰਦੇ ਆ ਵੀ ਇਕਜੁੱਟਤਾ ਦੇ ਨਾਲ ਆਪਾਂ ਕੋਈ ਸਾਂਝੇ ਫੈਸਲੇ, ਸਾਰੇ ਇਕਜੁੱਟਤਾ ਦੇ ਨਾਲ ਜਿਹੜਾ ਸਰਕਾਰ ਨੂੰ ਆਪਾਂ ਦਬਾਅ ਪਾਈਏ, ਤਾਂ ਉਹਨਾਂ 'ਤੇ ਪ੍ਰੈਸ਼ਰ ਬਣੇ ਤੇ ਕਾਲੇ ਕਾਨੂੰਨ ਜਿਹੜੇ ਰੱਦ ਹੋਣ। ਤੁਸੀਂ ਕਾਲ ਦੀ ਗੱਲ ਕਰ ਰਹੇ ਹੋ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਕਦੇ ਗੱਲਬਾਤ ਹੋਈ ਇਸ ਬਾਰੇ ਵੀ ਕਾਲ ਦਿੱਤੀ ਜਾਣੀ ਚਾਹੀਦੀ ਆ, ਨੌਜਵਾਨ ਚਾਹੁੰਦੇ ਨੇ, ਜਾਂ ਇੱਕ ਵਾਰ ਫਿਰ ਤੋਂ ਅਵੇਅਰ ਕਰਨ ਦੀ ਲੋੜ, ਕਦੇ ਗੱਲਬਾਤ ਹੋਈ? ਨਹੀਂ, ਮੇਰੀ ਗੱਲ ਨਹੀਂ ਹੋਈ। ਅਸੀਂ ਇੱਕ ਦਿਨ ਗਏ ਸੀਗੇ ਸਿੰਘੂ, ਉੱਦਾਂ ਹੀ ਰੌਲਾ ਪੈ ਗਿਆ ਸੀਗਾ, ਕਹਿੰਦੇ ਵੀ ਗੱਡੀ ਘੇਰ ਲਈ ਇੱਦਾਂ ਕਰਕੇ, ਤਾਂ ਮੈਂ ਨਹੀਂ, ਗੱਲ ਨਹੀਂ ਹੋਈ। ਐਵੇਂ ਤੁਹਾਨੂੰ ਕਹਿ ਰਹੀ ਹਾਂ, ਚਲੋ ਠੀਕ ਹੈ, ਉਹ ਕੰਮ ਕਰ ਰਹੇ ਆ। ਆਪਣਾ ਜਿਹੜਾ ਕੰਮ ਆ ਇੱਥੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ। ਜੇ ਕਿਸੇ ਚਾਹੂੰਗਾ ਉਹ ਵੀ ਘਟਨਾਕ੍ਰਮ ਸਾਂਝਾ ਕਰ ਦਿੱਤਾ ਜਾਵੇ, ਗੱਡੀ ਘੇਰਨ ਵਾਲੀ ਗੱਲ ਤੁਸੀਂ ਕਹਿ ਰਹੇ ਹੋ। ਚਲੋ ਉਹ ਤਾਂ ਪੁਰਾਣੀ ਗੱਲ ਆ, ਹੁਣ ਥੋੜ੍ਹੀ ਗਲਤਫਹਿਮੀ ਹੋ ਜਾਂਦੀ ਹੈ। ਜਦੋਂ ਪਹਿਲਾਂ ਵਾਲੀ ਕਾਲ ਉਹ ਕੀਤੀ ਆ ਨਾ, ਆਪਣੀ ਸੰਸਦ ਮਾਰਚ ਵਾਲੀ ਰੱਦ ਕੀਤੀ ਆ ਵੀ ਨਹੀਂ ਹੋਣਾ, ਉਦੋਂ ਸਾਰੇ ਮੁੰਡੇ ਜਿਹੜੇ ਨੌਜਵਾਨ ਸੀਗੇ ਇਕੱਠੇ ਹੋ ਕੇ ਸਿਰਫ ਇਹੀ ਪੁੱਛਣ ਗਏ ਸੀਗੇ ਵੀ ਕਿਉਂ ਕੀਤੀ ਆ ਜਾਂ ਕਿੱਦਾਂ, ਵੀ ਉਹ ਥੋੜ੍ਹੀਆਂ ਜਿਹੀਆਂ ਗਲਤਫਹਿਮੀਆਂ, ਜਿਹੜਾ ਵਿਚਾਲੇ ਹੁੰਦੇ ਆ ਨਾ, ਜਿਵੇਂ ਪਹਿਲਾਂ ਦਾਦੂਵਾਲ ਦੀ ਗੱਲ ਕੀਤੀ, ਵਿਚੋਲੇ ਹੀ ਕੰਮ ਖਰਾਬ ਕਰ ਦਿੰਦੇ ਆ। ਜਿਹੜੇ ਵਿਚਾਲੜ ਦੇ ਦੱਸਣ ਵਾਲੇ ਸੀ, ਉਹਨਾਂ ਨੇ ਹੋਰ ਤਰੀਕੇ ਨਾਲ ਜਿਹੜੀ ਗੱਲ ਪੇਸ਼ ਕੀਤੀ, ਸੋ ਉਹਦਾ ਕਰਕੇ ਥੋੜ੍ਹੀ ਕੰਟਰੋਵਰਸੀ ਹੋਈ ਹੈ। ਚਲੋ ਠੀਕ ਹੈ, ਅਸੀਂ ਵੀ ਇੱਥੇ ਹਾਂ ਤੇ ਉਹ ਵੀ ਇੱਥੇ ਨੇ, ਸਾਰੇ ਲੋਕ, ਲੜਾਈ ਤਾਂ ਸਾਡੀ ਅੰਡਰਸਟੈਂਡਿੰਗ ਹੋਈ, ਦੁਬਾਰਾ ਗੱਲਬਾਤ ਹੋਈ ਫਿਰ? ਨਹੀਂ, ਠੀਕ ਹੈ, ਜਿੱਥੇ ਸੁਨੇਹਾ ਲੱਗਿਆ ਹੋਵੇ, ਸਨੇਹੇ ਠੀਕ ਆ ਲੱਗੇ ਆ, ਪਰ ਥੋੜ੍ਹੀ ਜਿਹੀ ਆਪਾਂ ਕਹਿ ਦਈਏ ਵੀ ਬਿਆਨਬਾਜ਼ੀ ਇਸ ਤਰ੍ਹਾਂ ਦੀ ਉਧਰਲੇ ਪਾਸਿਓਂ ਹੋ ਗਈ, ਤਾਂ ਦਿਲ ਹੀ ਨਹੀਂ ਕੀਤਾ ਵੀ ਛੱਡੋ ਯਾਰ, ਵੀ ਆਪਾਂ ਨੂੰ ਲੋੜ ਹੀ ਕੀ ਆ, ਵੀ ਆਪਾਂ ਜਿਹੜਾ ਆਪਾਂ ਆਪਦਾ ਕੰਮ ਕਰ ਰਹੇ ਹਾਂ ਉਹ ਕਰੀਏ। ਮੋਰਚਾ ਵਾਰ-ਵਾਰ ਕਹਿੰਦਾ ਕਿ ਜੇ ਕੋਈ ਇੰਡੀਵਿਜੂਅਲ ਤੌਰ ਤੇ ਬਿਆਨ ਦਿੰਦਾ, ਉਸ ਬਿਆਨ ਨੂੰ ਜੋ ਹੈ ਉਸ ਦਾ ਖੰਡਨ ਕਰਦੇ ਹਾਂ ਅਸੀਂ ਉਸ, ਜੇ ਗੱਲ ਕਰੀਏ, ਰੁਲਦੂ ਸਿੰਘ ਮਾਨਸਾ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ, ਉਹਨਾਂ ਦਾ ਵਿਰੋਧ ਹੋਇਆ, ਉਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ। ਕੀ ਲੱਗਦਾ, ਮੋਰਚਾ ਤਾਂ ਵਾਰ-ਵਾਰ ਕਹਿੰਦਾ ਵੀ ਕੋਈ ਵੀ ਬੰਦਾ ਵੱਡਾ ਨਹੀਂ ਆ, ਸੰਯੁਕਤ ਕਿਸਾਨ ਮੋਰਚਾ ਵੱਡਾ, ਤੇ ਲੋਕ ਸਾਡੇ ਨਾਲ ਨੇ, ਅਸੀਂ ਉਹਨਾਂ ਦੇ ਨਾਲ। ਬਿਲਕੁਲ ਮੋਰਚਾ ਵੱਡਾ ਹੈ, ਪਰ ਕੋਈ ਵੀ ਮੋਰਚੇ ਤੋਂ ਸਟੈਪ ਗਾਂਹ ਪੱਟੂਗਾ ਤਾਂ ਉਹਨੂੰ ਉਹਦੇ ਕਹਿਣ ਨੂੰ ਵੀ ਡਾਊਨਫਾਲ ਦੇਖਣਾ ਪੈਣਾ, ਚਾਹੇ ਮੈਂ, ਚਾਹੇ ਕੋਈ ਹੋਰ ਹੈ, ਇੱਥੇ ਬਜ਼ੁਰਗ ਬੈਠਾ ਕੋਈ ਵੀ, ਤੇ ਚਾਹੇ ਸਾਡਾ ਕੋਈ ਕਿਸਾਨ ਆਗੂ ਆ, ਚਾਹੇ ਕੋਈ ਨੌਜਵਾਨ ਆਗੂ ਆ, ਕੋਈ ਵੀ ਬੰਦਾ ਇਸ ਮੋਰਚੇ ਤੋਂ ਸਟੈਪ ਗਾਂਹ ਪੱਟੂਗਾ, ਕਹਿਣ ਲੱਗ ਵੀ ਮੋਰਚਾ ਸਾਡੇ ਸਿਰ ਦਾ ਤਾਜ ਹੈ। ਸੋ ਇਸ ਕਰਕੇ ਜਿਹੜੀਆਂ ਬਿਆਨਬਾਜ਼ੀਆਂ ਸਾਡੇ ਜਿਹੜੇ ਆਗੂ ਨੇ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਪਹਿਲਾਂ
ਵੀ ਕਿਉਂਕਿ ਇੱਥੇ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਇਸ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਨੇ, ਤਾਂ ਉਹ ਟੁੱਟ ਜਾਂਦੇ ਆ। ਸਾਨੂੰ ਫੋਨ ਆਉਂਦੇ ਆ ਯਾਰ ਵੀ ਉੱਥੇ ਤਾਂ ਐਂ ਕਹੀ ਜਾਂਦੇ ਆ, ਸਪੈਸ਼ਲੀ ਬਾਹਰਲੇ ਵੀਰ, ਯਾਰ ਉੱਥੇ ਤਾਂ ਇਹੋ ਜਿਹੀਆਂ ਬਿਆਨਬਾਜ਼ੀਆਂ ਹੋਈ ਜਾਂਦੀਆਂ, ਤੁਸੀਂ ਕਹੋ ਅਸੀਂ ਕਿਹਨੂੰ ਕਹੀਏ। ਫੋਰ ਐਗਜ਼ਾਮਪਲ ਜਿਵੇਂ ਆ ਬਾਬਾ ਜੀ ਨੇ ਦਿੱਤਾ ਸੀਗਾ ਬਿਆਨ, ਰੁਲਦੂ ਸਿੰਘ ਜੀ ਨੇ, ਯਾਰ ਇਦਾਂ ਨਹੀਂ ਚਾਹੀਦਾ। ਉਦੋਂ ਪਹਿਲਾਂ ਵੀ ਜਿਹੜਾ ਉਦੋਂ ਹੋਇਆ, ਸਾਹਿਬ ਨੇ ਬਾਅਦ ਚ ਕਿਹਾ ਕਿ ਮੈਂ ਸੰਤ ਜਰਨੈਲ ਸਿੰਘ ਨੂੰ ਤਾਂ ਇਹ ਗੱਲ ਆਖੀ ਨਹੀਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ ਵਿਰੋਧ ਹੋਇਆ ਸੀ ਸੰਗਤਾਂ ਦੇ ਵੱਲੋਂ। ਉਹ ਕਹਿੰਦੇ ਮੈਂ ਤਾਂ ਉਹਨਾਂ ਨੂੰ ਆਖ ਹੀ ਨਹੀਂ ਸਕਦਾ, ਨਾ ਮੈਂ ਕਦੇ ਆਖਿਆ, ਤੇ ਮੈਂ ਤਾਂ ਗੁਰਪਤਵੰਤ ਪੰਨੂ ਹੋਰਾਂ ਨੂੰ ਆਖਿਆ, ਜਾਂ ਜਿਹੜੇ ਹੋਰ ਮੋਰਚੇ ਨੂੰ ਕੈਸ਼ ਕਰਨਾ ਚਾਹੁੰਦੇ ਨੇ, ਖਰਾਬ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਆਖਿਆ। ਉਸ ਤੋਂ ਬਾਅਦ ਮੋਰਚਾ ਸਸਪੈਂਡ ਵੀ ਕਰਦਾ ਉਹਨਾਂ ਨੂੰ। ਨਹੀਂ ਦੇਖੋ, ਜੇ ਕੋਈ ਗੱਲ ਸੀਗੀ ਤਾਂ ਹੀ ਉਹ ਥੋੜੀ ਜਿਹੀ ਉੱਠੀ ਹੈ ਨਾ। ਉਹ ਤਾਂ ਆਪਾਂ ਤੁਸੀਂ ਵੀ ਸੁਣੀ ਆ ਵੀ ਇੱਕ ਉੱਥੇ ਬੈਠਾ ਸੀਗਾ, ਕਿਹਦੇ ਵਾਸਤੇ ਕਿਹਾ ਉਹ ਤਾਂ ਸੰਤ ਜਰਨੈਲ ਸਿੰਘ ਹੀ ਸੀਗੇ। ਉਹਨਾਂ ਨੇ ਕਿਹੜਾ ਭੱਜੇ ਮੋਰਚੇ ਚੋਂ ਯਾਰ, ਉਹਨਾਂ ਨੇ ਨਿਭਾਈ ਆ, ਠੀਕ ਆ, ਉਹਨਾਂ ਨੇ ਸਿਰ ਦਿੱਤਾ, ਠੀਕ ਆ। ਆਹੀ ਜਿਹੜੇ ਕੰਮਾਂ ਦੀ ਖਾਤਰ ਅੱਜ ਆਪਾਂ ਸੜਕਾਂ ਤੇ ਬੈਠੇ ਆ, ਉਹੀ ਮੰਗਾਂ ਉਦੋਂ ਸੀਗੀਆਂ, ਸਾਰਾ ਕੁਝ ਉਹੀ ਸੀਗਾ ਵੀ ਆਪ ਦਾ ਹੱਕ ਸਾਡੇ। 37 ਸਾਲਾਂ ਦੇ ਬਾਅਦ ਵੀ ਕੁਝ ਬਦਲਿਆ, ਜੇ ਤੁਸੀਂ ਕਹਿ ਰਹੇ ਹੋ ਵੀ ਉਹ ਮੰਗਾਂ ਸੀਗੀਆਂ, ਧਰਨੇ ਹੀ ਆ, ਠੀਕ ਆ। ਹੀਰਾ ਗਵਾ ਲਿਆ, ਹੋਰ ਠੀਕ ਆ, ਜਿਹੜੇ ਕਿੰਨੇ ਹੀਰੇ ਜਿਹੜੇ ਆਪਾਂ ਗਵਾ ਲਏ ਕੌਮ ਨੇ, ਇਹੀ ਨੁਕਸਾਨ ਹੀ ਹੋਇਆ ਆਪਣਾ, ਹੋਰ ਤਾਂ ਕੁਝ ਨਹੀਂ ਹੋਇਆ। ਤਾਂ ਅੱਜ ਮੈਂ ਇੱਕ ਗੱਲ ਕਰਨੀ ਚਾਹੁੰਦਾ ਵੀ ਜਿਹੜਾ ਬੰਦਾ ਵੀ ਦਿਲੋਂ ਬੈਠਾ ਇੱਥੇ, ਇੱਕ ਨਿਊਟਰਲ ਹੈ, ਉਹ ਨਾ ਉਹ ਸੱਜੇ ਆ ਨਾ ਖੱਬੇ ਹੈ, ਠੀਕ ਹੈ, ਵੀ ਉਹ ਨਿਊਟਰਲ ਬੈਠਾ, ਅੱਜ ਉਹ ਸੰਤ ਜਰਨੈਲ ਸਿੰਘ ਨੂੰ ਯਾਦ ਕਰਦਾ। ਵਾਕਈ ਜੇ ਅੱਜ ਹੁੰਦੇ ਤਾਂ ਗੱਲਾਂ ਹੋਰ ਹੀ ਹੋਣੀਆਂ ਸੀ। ਕੌਣ ਨਹੀਂ ਫਿਰ, ਨਿਊਟਰਲ ਹੈ ਕੌਣ ਨਹੀਂ। ਚਲੋ ਇਹ ਗੱਲਾਂ ਹੁਣ ਆਪਾਂ ਫੇਰ ਕਦੇ ਆਫ ਕੈਮਰਾ ਕਰ ਲਵਾਂਗੇ। ਨਿਊਟਰਲ ਦੀ ਗੱਲ ਤੁਸੀਂ ਕੀਤੀ ਆ ਵੀ ਨਿਊਟਰਲ ਬੰਦੇ ਵੀ ਸੰਤ ਜਰਨੈਲ ਸਿੰਘ ਨੂੰ ਯਾਦ ਕਰਦੇ ਆ, ਜਿਹੜੇ ਨਿਊਟਰਲ ਨਹੀਂ ਆ ਉਹ ਕੌਣ ਆ ਨਿਊਟਰਲ ਉਹ ਆਪਾਂ ਇਹ ਨਹੀਂ ਕਹਦੇ ਵੀ ਇਕੱਲੇ ਸਿੱਖ ਧਰਮ ਦੇ ਲੋਕ ਹੀ ਯਾਦ ਕਰਦੇ ਨੇ। ਜਿਹੜੇ ਕਈ ਹਰਿਆਣੇ ਦੇ ਮੁੰਡੇ ਵੀ ਮੈਂ ਦੇਖਿਆ, ਸੰਤਾਂ ਦੀ ਫੋਟੋ ਇੱਥੇ ਲਾ ਕੇ ਉਹਨਾਂ ਨੇ, ਜਿਵੇਂ ਆਪਣੇ ਯੂਨੀਅਨ ਵਾਲਾ ਬੈਜ ਲੱਗਿਆ ਹੁੰਦਾ, ਇੱਥੇ ਲੱਗੀ ਹੋਈ ਆ ਮੁੰਡਾ ਹੁੱਡਾ ਤੇ ਬੜੇ ਫੈਨ ਨੇ। ਤਾਂ ਨਿਊਟਰਲ ਲੋਕ ਉਹ ਨੇ ਵੀ ਜਿਹੜੇ ਕਿਸੇ ਇੱਕ ਪਾਸੇ ਨਹੀਂ ਖੜੇ, ਜਿਹੜੇ ਮੋਰਚੇ ਨਾਲ ਖੜੇ ਆ। ਨਿਊਟਰਲ ਕਿਹੜੇ ਨਹੀਂ ਜਿਹੜੇ ਮੋਰਚੇ ਨਾਲ ਨਹੀਂ ਖੜੇ, ਉਹ ਨੇ ਕੌਣ ਨੇ? ਉਹ ਤਾਂ ਹੈਗੇ ਜਿਹੜੇ ਪਿੱਛੋਂ ਬੈਕਗ੍ਰਾਉਂਡ ਤੋਂ ਕਿਸੇ ਨਾ ਖੜੇ ਆ, ਠੀਕ ਆ। ਉਹਨਾਂ ਨੂੰ ਕਿਤੇ ਨਾ ਕਿਤੇ ਇਹ ਗੱਲ ਪਾਰਟੀਆਂ ਨਾਲ ਖੜੇ ਆ, ਹਾਂ, ਕਿਸੇ ਪਾਰਟੀਆਂ ਨਾਲ ਲਾ ਲਓ, ਠੀਕ ਹੈ, ਜਾਂ ਕਿੱਦਾਂ ਵੀ ਲਾ ਲਓ, ਹੈ ਨਾ। ਤੁਹਾਨੂੰ ਵੀ ਪਤਾ ਇਸ ਗੱਲ ਦਾ ਵੀ ਉਹ ਲੋਕ ਜਿਹੜੇ ਨਿਊਟਰਲ ਨੇ ਨਾ, ਜਿਹੜੇ ਸੋਚਦੇ ਨੇ ਵੀ ਮੋਰਚਾ ਜਿੱਤਿਆ ਜਾਵੇ ਚੜ੍ਹਦੀ ਕਲਾ ਨਾਲ। ਕਿਸਾਨ ਮੋਰਚਾ ਕਹਿੰਦਾ ਮੋਰਚਾ ਧਾਰਮਿਕ ਨਹੀਂ ਆ, ਇਸ ਕਰਕੇ ਸਾਰੇ ਬੈਠੇ ਨੇ ਇੱਥੇ ਹਿੰਦੂ ਵੀ ਬੈਠੇ ਨੇ, ਮੁਸਲਮਾਨ ਵੀ ਬੈਠੇ ਨੇ, ਈਸਾਈ ਵੀ ਬੈਠੇ ਨੇ, ਸਿੱਖ ਵੀ ਬੈਠੇ ਆ, ਸਾਰੇ ਸਤਿਕਾਰਯੋਗ ਨੇ, ਸਾਰੇ ਕਿਸਾਨ ਨੇ, ਦੇਸ਼ ਦੇ ਅੰਨਦਾਤੇ ਨੇ। ਕਹਿੰਦੇ ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਫਿਰ ਉਹ ਕਹਿੰਦੇ ਅਜਿਹੀਆਂ ਗੱਲਾਂ ਨਾ ਕੀਤੀਆਂ ਜਾਣ। ਜਾਂ ਬਿਆਨਬਾਜ਼ੀ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਬੇਸ਼ੱਕ ਅਸੀਂ ਸਤਿਕਾਰ ਕਰਦੇ ਹਾਂ, ਮੋਰਚੇ ਦੀ ਸਟੇਜ ਦੇ ਉੱਤੇ ਪਾਠ ਹੁੰਦਾ ਰੋਜ਼, ਉੱਥੇ ਭਗਵਤ ਗੀਤਾ ਵੀ ਪੜ੍ਹੀ ਜਾਂਦੀ ਆ, ਕੁਰਾਨ ਸ਼ਰੀਫ ਵੀ, ਨਮਾਜ਼ਾਂ ਵੀ ਪੜ੍ਹੀਆਂ ਜਾਂਦੀਆਂ ਨੇ ਉੱਥੇ। ਕਹਿੰਦੇ ਵੀ ਧਾਰਮਿਕ ਰੰਗਤ ਦੇਣ ਦੀ ਗੱਲ ਜਿਵੇਂ ਵਾਰ-ਵਾਰ ਚੱਲੀ ਹੈ, ਵੀ ਧਾਰਮਿਕ ਰੰਗਤ ਕੌਣ ਦੇ ਰਿਹਾ ਫਿਰ? ਨਹੀਂ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਮੈਨੂੰ ਤਾਂ ਲੱਗਦਾ ਨਹੀਂਗਾ ਵੀ ਚਾਹੇ ਸੰਤ ਜਰਨੈਲ ਸਿੰਘ ਦੀ ਗੱਲ ਹੋਵੇ। ਹੁਣ ਸਾਡੇ ਆਪਣੇ ਭਰਾ ਕਾਵਟ ਵਾਲੇ ਆਉਂਦੇ ਸੀਗੇ, ਅਸੀਂ ਉਹਨਾਂ ਦਾ ਵੀ ਸਤਿਕਾਰ ਕੀਤਾ, ਸਾਡਾ ਬਣਦਾ ਹੈਗਾ, ਠੀਕ ਆ, ਸਾਰਿਆਂ ਦਾ, ਠੀਕ ਆ। ਉਹ ਕਿਸੇ ਸ਼ਖਸੀਅਤ ਨੂੰ ਯਾਦ ਕਰਕੇ ਤੁਹਾਡੇ 'ਚ ਐਨਰਜੀ ਆਉਂਦੀ ਆ ਤਾਂ ਫਿਰ ਕਰ ਲੈਣਾ ਚਾਹੀਦਾ, ਠੀਕ ਆ। ਜਦੋਂ ਹੁਣ ਉਹਨਾਂ ਨੂੰ ਸੁਣਦੇ ਆ YouTube ਤੇ, ਜਾਂ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਦੀਆਂ ਪਿਛਲੀਆਂ ਇੰਟਰਵਿਊ ਸੁਣਦੇ ਆ, ਤਾਂ ਹੌਸਲਾ ਮਿਲਦਾ ਯਾਰ। ਤੇ ਫਿਰ ਕਿੱਡੀ ਖਾਸ ਗੱਲ ਹੋਊਗੀ ਜੇ ਸੰਤ ਜਰਨੈਲ ਸਿੰਘ ਦੀ ਇੱਥੇ ਗੱਲ ਹੋਣੀ ਚਾਹੀਦੀ ਆ, ਠੀਕ ਆ। ਇਹ ਗੱਲ ਮੰਨਦੇ ਆ ਵੀ ਇਹ ਧਾਰਮਿਕ ਨਹੀਂ ਆ, ਸਾਰੇ ਧਰਮਾਂ ਦੇ ਲੋਕ ਨੇ ਇਹਦੇ ਵਿੱਚ, ਠੀਕ ਆ, ਇਹ ਗੱਲ ਆਪਾਂ ਮੰਨਦੇ ਆ। ਪਰ ਜੇ ਗੱਲ ਹੋ ਵੀ ਜਾਂਦੀ ਆ ਸੰਤਾਂ ਦੀ, ਕੋਈ ਸਟੇਜ ਤੋਂ ਹੋ ਜਾਂਦੀ ਆ ਜਾਂ ਕੋਈ ਹੋਰ ਹੋ ਜਾਂਦਾ, ਜੇ ਤਾਂ ਕੋਈ ਗਰਾਊਂਡ ਤੇ ਬੈਠਾ ਕੋਈ ਬੰਦਾ ਵਿਰੋਧ ਕਰਦਾ ਤਾਂ ਫੇਰ ਆ, ਠੀਕ ਆ। ਜੇ ਕਿਸੇ ਸੱਜੇ ਖੱਬੇ ਨੂੰ ਹੁੰਦਾ ਫਿਰ ਤਾਂ ਉਹਦਾ ਕੁਛ ਆਪਾਂ ਕਹਿ ਨਹੀਂ ਸਕਦੇ। ਕੀ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਮੋਰਚੇ ਦੇ ਵਿੱਚ ਵੀ ਕਿਤੇ ਨਾ ਕਿਤੇ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ, ਯੂਨਿਟੀ ਨੂੰ ਲੈ ਕੇ ਜੇ ਗੱਲ ਕਰੀਏ, ਇੱਕ ਹੋਣ ਦੀ ਲੋੜ ਆ, ਇੱਕ ਕਿਵੇਂ ਹੋਇਆ ਜਾਊਗਾ, ਹੱਲ ਕੀ ਆ ਅੱਗੇ? ਜੇ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਦੇ ਨਾਲ ਮੱਥਾ ਲੱਗਿਆ ਹੋਇਆ ਕਿਸਾਨਾਂ ਦਾ, ਤਾਂ ਫਿਰ ਯੂਨਿਟੀ ਦੀ ਲੋੜ ਆ, ਫਿਰ ਯੂਨਿਟੀ ਕਿਵੇਂ ਆਊਗੀ, ਹੱਲ ਕੀ ਆ ਫਿਰ? ਹੱਲ ਤਾਂ ਦੇਖੋ ਸਾਰਿਆਂ ਨੂੰ ਬੈਠ ਕੇ ਕੱਢਣਾ ਪੈਣਾ, ਇੱਕ ਟੇਬਲ ਤੇ ਬੈਠ ਕੇ ਹੀ ਇਹ ਚੀਜ਼ ਦਾ ਹੱਲ ਜਿਹੜਾ ਨਿਕਲਣਾ। ਅਸੀਂ ਦੇਖ ਲਓ 26 ਜਨਵਰੀ ਤੋਂ ਬਾਅਦ ਜਿਹੜਾ ਸਿੱਖ ਵਰਸੇ ਕਾਮਰੇਡ ਵਾਲਾ, ਉਹ ਤੋਂ ਨਹੀਂ ਪਿੱਛੇ ਹਟ ਸਕੇ, ਠੀਕ ਆ। ਉਹ ਚੱਲੀ ਤੁਰਿਆ ਆਉਂਦਾ, ਮੇਨ ਗੱਲ ਤਾਂ ਇਹੀ ਚੱਲਦੀ ਹੈ ਨਾ ਮੋਰਚੇ ਦੀ। ਸੋ ਸਾਨੂੰ ਸਾਰਿਆਂ ਨੂੰ ਯਾਰ ਇਕੱਠੇ ਬੈਠ ਕੇ ਇਹ ਚੀਜ਼ ਦੇ ਲਈ ਸੋਚਣਾ ਪੈਣਾ। ਇਹ ਨਹੀਂਗਾ ਵੀ ਜੇ ਕੋਈ ਫਲਾਨਾ ਆ ਗਿਆ ਤਾਂ ਸਾਡੀ ਟੌਰ ਘਟ ਜੂਗੀ, ਠੀਕ ਆ, ਵੀ ਜੇ ਫਲਾਨੇ ਨੂੰ ਕੱਢੀਏ ਤਾਂ ਫੇਰ ਸਾਡੀ ਟੌਰ ਬਣੂਗੀ। ਸੋ ਇਹ ਚੀਜ਼ਾਂ ਨੂੰ ਸਾਨੂੰ ਛੱਡਣਾ ਚਾਹੀਦਾ। ਸਾਡੇ ਲਈ ਮੋਰਚਾ ਜਿੱਤਣਾ ਬਹੁਤ ਜ਼ਰੂਰੀ ਆ। ਸਾਡੀ ਲੜਾਈ ਹੋਂਦ ਦੀ ਆ ਬਾਈ, ਸਾਡੀ ਆਪਣੀ ਹੋਂਦ ਖਤਮ ਹੋ ਜੂਗੀ, ਠੀਕ ਆ। ਤੇ ਜੇ ਸਾਡੀ ਹੋਂਦ ਹੀ ਖਤਮ ਹੋ ਗਈ ਤਾਂ ਫਿਰ ਸਾਡੇ ਕੋਲੇ
ਕੁਛ ਅਸੀਂ ਮਰਜ਼ੀ ਕਹੀ ਜਾਈਏ, ਜੋ ਮਰਜ਼ੀ ਆਪਣੇ ਆਪ ਨੂੰ ਕਹਾਈ ਜਾਈਏ, ਫਿਰ ਸਾਡੇ ਪੱਲੇ ਡੱਕਾ ਨਹੀਂ ਪੈਣਾ। ਠੀਕ ਹੈ, ਇਹ ਲੜਾਈ ਵੀ ਲਾਸਟ ਹੀ ਆ। ਠੀਕ ਹੈ, ਜੇ ਇਹ ਮੋਰਚਾ ਜਿੱਤ ਗਏ ਫਿਰ ਮੋਰਚਾ ਲਾਉਣ ਦੀ ਲੋੜ ਨਹੀਂ ਪੈਣੀ। ਠੀਕ ਹੈ, ਤੇ ਜੇ ਖੁਦਾ ਨਾ ਖਾਸਤਾ ਇਹਦੇ ਵਿੱਚੋਂ ਕੋਈ ਰਿਜ਼ਲਟ ਨਹੀਂ ਨਿਕਲਦਾ ਤਾਂ ਫਿਰ ਲੋਕ ਬਾਈ ਬਹੁਤ ਜ਼ਿਆਦਾ ਟੁੱਟ ਜਾਣਗੇ। ਬਹੁਤ ਆਸ ਹੈ ਤੁਹਾਨੂੰ, ਜਲਾਲ ਨੂੰ ਆਸ ਹੈਗੀ ਆ ਵੀ ਰਿਜ਼ਲਟ ਨਿਕਲੂਗਾ, ਕਿਉਂਕਿ ਲੱਖਾਂ ਲੋਕਾਂ ਦੀਆਂ ਉਮੀਦਾਂ ਨੇ। ਬਾਬੇ ਨਾਨਕ ਤੇ ਫੁੱਲ ਭਰੋਸਾ ਪੂਰਾ ਵੀ ਜਿੱਤਾਂਗੇ। ਅੱਜ ਤੱਕ ਬਈ 26 ਨਵੰਬਰ ਤੋਂ ਆਏ ਹੋਏ ਆ, ਅੱਜ ਤਰੀਕ ਹੋ ਗਈ ਮੇਰਾ ਖਿਆਲ 8-9 ਹੋ ਗਈ ਜਾਂ 10 ਹੋ ਗਈ ਹੈ ਨਾ, 10 ਅਗਸਤ ਹੋ ਗਈ। ਅੱਜ ਤੱਕ ਇਹ ਨਹੀਂ ਹੋਇਆ ਯਾਰ ਵੀ ਆਪਾਂ ਇੱਥੇ ਕਿਉਂ ਬੈਠੇ ਆ, ਚੱਲੀਏ ਯਾਰ। ਤਾਂ ਆਪਾਂ ਨੂੰ ਕੋਈ ਬਣਦਾ ਤਾਂ ਹੈ ਨਹੀਂ। ਕਈ ਆ ਕੇ ਹੁਣ ਭਰਾ ਇੱਕ ਦਿਨ 'ਚ ਆ ਕੇ ਕਹਿੰਦੇ ਯਾਰ ਕੋਈ ਬਣਦਾ ਤਾਂ ਹੈ ਨਹੀਂ ਯਾਰ, ਮੰਨਦਾ ਤਾਂ ਹੈ ਨਹੀਂ। ਠੀਕ ਆ, ਉਹਨਾਂ ਨੂੰ ਕਹੀਦਾ ਵੀ ਦੇਖੋ ਸਾਡੇ ਪਿਓ ਦਾਦਿਆਂ ਨੇ ਕਿੰਨੇ ਔਖੇ ਹੋ ਕੇ ਜ਼ਮੀਨਾਂ ਬਣਾਈਆਂ। ਠੀਕ ਹੈ, ਉਹਨਾਂ ਨੇ ਆਪਣੇ ਆਪ ਨੂੰ ਰੋਗੀ ਕਰ ਲਿਆ ਨਾ। ਇਹ ਤਾਂ ਤੁਹਾਡੀ ਨਿਗਾਹ 'ਚ ਵੀ ਹੋਣਾ, ਤੁਸੀਂ ਵੀ ਇੱਕ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦੇ ਹੋ, ਤਾਂ ਕਿਹੜੇ ਹਿਸਾਬ ਨਾਲ ਜ਼ਮੀਨਾਂ ਬਣੀਆਂ ਯਾਰ। ਸਾਲ 2 ਸਾਲ ਬਹਿ ਵੀ ਨਹੀਂ ਸਕਦੇ ਉਹਨਾਂ ਜ਼ਮੀਨਾਂ ਦੀ ਖਾਤਰ। ਆਪਾਂ ਬੈਠਣਾ ਹੀ ਆ, ਇੱਥੇ ਬੈਠ ਕੇ ਸੇਵਾ ਹੀ ਕਰਨੀ ਆ। ਇੱਥੇ ਬੈਠਿਆਂ ਨੂੰ ਲੋਕ ਹੱਥਾਂ 'ਤੇ ਚੱਕਦੇ ਆ। ਠੀਕ ਹੈ, ਤਾਂ ਹੋਰ ਕੀ ਚਾਹੀਦਾ ਸਾਨੂੰ। ਠੀਕ ਹੈ, ਸੇਵਾ ਕਰੋ ਸਾਡੇ ਬਜ਼ੁਰਗਾਂ ਦੀ। ਇਹ ਸਾਡੇ ਘਰ ਦੇ ਜਿੰਦੇ ਨੇ, ਜਿਹੜੇ ਬਜ਼ੁਰਗ ਸਾਡੇ ਪੰਜਾਬ ਦੀ ਧਰਤੀ ਦਾ ਆਪਾਂ ਕਹਿ ਦਈਏ ਵੀ ਰੌਣਕ ਨੇ। ਠੀਕ ਹੈ, ਸਦਾ ਤਾਂ ਰਹਿਣੀ ਨਹੀਂ ਇਹ ਰੌਣਕ, ਜੋ ਜੀ ਆਇਆ ਉਹਨੇ ਜਾਣਾ ਤਾਂ ਹੈਗਾ ਹੀ ਆ। ਸੋ ਇਹਨਾਂ ਨਾਲ ਰਹਿ ਕੇ ਆਨੰਦ ਮਾਣ ਰਹੇ ਆ ਆਪਦੀ ਜ਼ਿੰਦਗੀ ਦਾ। ਠੀਕ ਹੈ, ਇਹ ਜ਼ਿੰਦਗੀ ਹੋਰ ਹੈ। ਸੋ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਹੱਲ ਤਾਂ ਬਾਬਾ ਨਾਨਕ ਕੱਢੂਗਾ ਹੀ ਕੱਢੂਗਾ। ਸਬਰ ਆ ਨਾ ਜਿਹੜਾ, ਹਮੇਸ਼ਾ ਸਬਰ ਦੀ ਜਿੱਤ ਹੁੰਦੀ ਆ, ਕਦੇ ਜ਼ਬਰ ਦੀ ਜਿੱਤ ਨਹੀਂ ਹੁੰਦੀ। ਪੰਜਾਬ ਦੀ ਪੋਲਿਟਿਕਸ ਦੀ ਗੱਲ ਕਰ ਲੈਂਦੇ ਆ, ਜਿਵੇਂ ਤੁਸੀਂ ਕਿਹਾ ਵਿਰੋਧੀ ਧਿਰਾਂ ਦੀ ਭੂਮਿਕਾ ਨਹੀਂ ਨਿਭਾ ਰਹੀਆਂ। ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਨੇ, ਉਹ ਕਹਿ ਰਹੇ ਆ ਕਿ ਮੈਂ ਨੰਗੇ ਪੈਰੀ ਚੱਲ ਕੇ ਆਊਂਗਾ ਬਾਰਡਰ ਦੇ ਉੱਤੇ, ਮੈਨੂੰ ਦੱਸੋ ਕੀ ਸਮੱਸਿਆਵਾਂ ਨੇ, ਅਸੀਂ ਜਿੱਥੇ ਸਾਡੀ ਲੋੜ ਆ, ਜਿੱਥੇ ਅਸੀਂ ਕੰਮ ਆਉਂਦੇ ਆ, ਅਸੀਂ ਮੂਹਰੇ ਲੱਗਣ ਨੂੰ ਤਿਆਰ ਆ, ਅਸੀਂ ਤੁਹਾਡੇ ਪਿੱਛੇ ਲੱਗਣ ਨੂੰ ਤਿਆਰ ਆ। ਤੁਹਾਨੂੰ ਕੀ ਲੱਗਦਾ ਜੋ ਸਪੀਚ ਉਹਨਾਂ ਨੇ ਦਿੱਤੀ ਸੀ? ਮੇਰੇ ਖਿਆਲ ਆ ਵੀ ਥੋੜੇ ਦਿਨ ਹੀ ਹੋਇਆ, ਜੇ 10 ਦਿਨ ਹੋ ਗਏ ਤਾਂ ਉਹਨਾਂ ਦੀ ਤਾਜਪੋਸ਼ੀ ਹੋਈ ਨੂੰ। 15-16 ਦਿਨ 15 ਦਿਨ ਤਾਂ ਆਏ ਨਹੀਂ ਹਜੇ ਤੱਕ। ਜਿਹੜੇ ਕਹਿੰਦੇ ਨੰਗੇ ਪੈਰੀ ਜਾਵਾਂਗੇ, ਬੂਟ ਪਾ ਕੇ ਹੀ ਆ ਜਾਂਦੇ। ਨਾਲੇ ਦਿੱਲੀ ਕਿਹੜਾ ਉਹਨਾਂ ਦੇ ਗੇੜੇ ਨਹੀਂ ਲੱਗੇ ਹੋਣੇ। ਠੀਕ ਹੈ, ਜੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੰਦਾ, ਸਟੇਜ ਤਾਂ ਲੱਗੀ ਹੋਈ ਆ, ਟਿੱਕਰੀ ਵਾਲੇ ਪਾਸੇ ਵੀ ਲੱਗੀ ਆ, ਸਿੰਘੂ ਵਾਲੇ ਪਾਸੇ ਵੀ ਲੱਗੀ ਆ, ਕੇ ਬੈਠਣ ਲੋਕਾਂ 'ਚ ਤਾਂ ਆਉਣ ਨਾ। ਇਹ ਗੱਲਾਂ ਨੇ ਸਿਰਫ, ਜਿਹੜੀਆਂ ਬਿਆਨਬਾਜ਼ੀਆਂ ਤੇ ਹਕੀਕਤ ਦੇ ਵਿੱਚ ਬਹੁਤ ਫਰਕ ਹੁੰਦਾ। ਕਰਨਾ ਜਦੋਂ ਕਰਕੇ ਦਿਖਾਉਣਗੇ ਸਾਡੇ ਲਈ, ਅਸੀਂ ਉਦੋਂ ਕਹਿ ਦਾਂਗੇ ਹਾਂ ਭਾਈ ਸ਼ਾਬਾਸ਼ ਏ ਤੁਹਾਡੀ। ਠੀਕ ਆ, ਵੀ ਤੁਸੀਂ ਆਹ ਕਰਕੇ ਦਿਖਾਤਾ। ਤਾਂ ਬਿਆਨਬਾਜ਼ੀਆਂ ਸਾਡੇ ਲੀਡਰਾਂ ਨੂੰ ਘੱਟ ਕਰਨੀਆਂ ਚਾਹੀਦੀਆਂ, ਕੰਮ ਜ਼ਿਆਦਾ ਕਰਨੇ ਚਾਹੀਦੇ। ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਬਈ, ਡਰ ਲੱਗਦਾ ਪੰਜਾਬ ਜਾਣ ਲੱਗਿਆਂ ਨੂੰ। ਇੱਥੇ ਸੇਫ ਆ, ਐਂ ਲੱਗਦਾ ਪੰਜਾਬ ਤਾਂ ਰਹਿ ਨਹੀਂ ਦਿਓ, ਨਾ ਜਾਈਏ। ਅਜਿਹਾ ਕਿਉਂ ਹੁੰਦਾ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਅਜਿਹਾ ਕਿਉਂ ਹੁੰਦਾ? ਕਾਹਦਾ ਡਰ ਆ, ਕਿਸ ਗੱਲ ਦਾ ਡਰ ਆ? ਕੀ ਕੁਛ ਹੋਈ ਜਾਂਦਾ ਬਾਈ ਪੰਜਾਬ ਦੇ ਵਿੱਚ। ਜਿਹੜਾ ਮਾੜਾ ਜਿਹਾ ਮੰਨ ਲਓ ਵੀ ਸਿਰ ਚੱਕਦਾ, ਆਪਾਂ ਕਹਿ ਦਈਏ ਵੀ ਕੋਈ ਗੱਲ ਕਰਦਾ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਜਾਂ ਮਰਵਾ ਦਿੱਤਾ ਜਾਂਦਾ। ਤਾਂ ਪਰਿਵਾਰਾਂ ਵਾਲੇ ਹੈਗੇ, ਐਵੇਂ ਨਹੀਂ ਗਾ ਕੋਈ ਗੱਲ ਮਰਨ ਤੋਂ ਡਰਦੇ ਆ, ਪਰ ਮੌਤ ਮਰਨ ਤੋਂ ਡਰਦੇ ਆ ਵੀ ਐਵੇਂ ਨਾ ਕੋਈ ਗੱਲਬਾਤ, ਬਿਨਾਂ ਗੱਲਬਾਤ ਕਿਤੇ ਗੱਡੀ ਚੜ੍ਹ ਜਾਈਏ ਹੈ ਨਾ। ਸੱਚਾਈ ਆ, ਮੈਂ ਜਜ਼ਬਾਤੀ ਬੰਦਾ, ਮੈਂ ਦਿਲ ਦੀ ਗੱਲ ਜਿਹੜੀ ਦੱਸ ਦਿੰਦਾ ਹੁੰਦਾ ਵੀ ਮੋਰਚੇ ਦੇ ਵਿੱਚ ਸੇਫ ਲੱਗਦੇ ਆ। ਪੰਜਾਬ ਦੇ ਵਿੱਚ ਜਿਹੜੀ ਹਰ ਰੋਜ਼ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਕਿੰਨੀਆਂ ਹੀ ਹੋ ਰਹੀਆਂ ਨੇ। ਇਹ ਤਾਂ ਚਲੋ ਮੀਡੀਆ ਦੇ ਵਿੱਚ ਆ ਜਾਂਦੀਆਂ, ਜਿਹੜੀਆਂ ਜ਼ਿਆਦਾ ਨਹੀਂ ਉਹ ਹੁੰਦੀਆਂ ਨਾ ਖਬਰਾਂ, ਆਪਾਂ ਕਹਿ ਦਈਏ, ਤੇ ਉਹ ਤਾਂ ਪੰਜਾਬ ਦੇ ਹਾਲਾਤ ਨਹੀਂ ਸਹੀ ਬਾਈ। ਤਾਂ ਕਰਕੇ ਲੱਗ ਰਿਹਾ ਵੀ ਇਹ ਗੱਲ ਮੈਂ ਤੁਹਾਨੂੰ ਕਹਿ ਰਿਹਾ ਵੀ ਜਿਹੜੇ ਬਹੁਤ ਮਾੜੇ ਹਾਲਾਤ ਹੋਏ ਪਏ। ਆਖਰੀ ਸਵਾਲ ਆ ਬਾਈ ਮੇਰਾ, ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਵੀ ਡਟੀ ਹੋਈ ਆ, ਸਰਕਾਰ ਵੀ ਕਹਿ ਰਹੀ ਆ ਅਸੀਂ ਬਿੱਲ ਰੱਦ ਨਹੀਂ ਕਰਾਂਗੇ। ਦੂਜੇ ਪਾਸੇ ਕਿਸਾਨਾਂ ਦੇ ਹੌਸਲੇ ਵੀ ਜਿਉਂ ਦੇ ਤਿਉਂ ਨੇ, ਪਰ ਗੱਲ ਕਿੱਥੇ ਕੁ ਅੜੀ ਹੋਈ ਆ? ਸਰਕਾਰ ਨੂੰ ਕੀ ਕਹੋਗੇ? ਸਰਕਾਰ ਨੂੰ ਕਹਿੰਦੇ ਆ ਵੀ ਤੁਸੀਂ ਵੀ ਆਪਦਾ ਜ਼ੋਰ ਲਾ ਕੇ ਦੇਖ ਲਓ ਬਾਈ, ਸਾਨੂੰ ਵੀ ਆਪਦਾ ਜ਼ੋਰ ਲਾ ਲੈਣ ਦਿਓ ਹੈ ਨਾ। ਠੀਕ ਹੈ, ਤੁਸੀਂ ਵੀ ਜੇ ਅੜੀ ਖੁਰੇ ਆ ਤਾਂ ਅੜੀ ਜਿਹੜੀ ਆ ਉਹ ਕਿਸਾਨ ਦੀ ਵੀ ਆਪਾਂ ਕਹਿ ਦਈਏ ਵੀ ਬਹੁਤ ਮਾੜੀ ਹੈ। ਠੀਕ ਹੈ, ਜਿਹੜਾ ਐਡੇ ਐਡੇ ਟਿੱਬੇ ਬਾਈ ਚੱਕ ਕੇ ਪਾਣੀ ਚਾੜ ਦਿੰਦਾ, ਉਹਦੇ ਲਈ ਇੱਥੇ ਬੈਠਣਾ ਕਿੰਨੀ ਕੁ ਮੁਸ਼ਕਿਲ ਵਾਲੀ ਗੱਲ ਹੈ। ਹੁਣ ਤੁਸੀਂ ਦੇਖ ਹੀ ਲਿਆ, ਬਾਬੇ ਦੀ ਕਿਰਪਾ ਨਾਲ ਘਰ ਬਣ ਗਏ, ਇਹਨਾਂ ਘਰਾਂ ਨਾਲ ਆਹ ਧਰਤੀ ਨਾਲ ਮੋਹ ਪੈ ਗਿਆ, ਬੈਠੇ ਆ। ਠੀਕ ਆ, ਨਾ ਮੰਨਣ ਦੇ ਤਾਂ ਸੁਝਾਅ ਮੇਰਾ ਇਹੀ ਹੈ, ਉਹਨਾਂ ਨੂੰ ਵੀ ਉਹਨਾਂ ਦੇ ਮਿਨਿਸਟਰ ਜਿਹੜੇ ਆਪਾਂ ਕਹਿ ਦਈਏ ਵੀ ਵਿੱਚੋਂ ਬਗਾਵਤਾਂ ਹੁੰਦੀਆਂ ਇਹੀ ਦਿੰਦੇ ਹੋਣਗੇ। ਆਹ 80-80 ਸਾਲ ਦੀਆਂ ਮਾਵਾਂ, 90-90 ਸਾਲ ਦੇ ਜਿਹੜੇ ਬਜ਼ੁਰਗ ਬੈਠੇ ਨਾ, ਇਹਨਾਂ ਦੀ ਹਾਂ ਨਾ ਜਿਹੜੀ, ਇਹ ਬਹੁਤ ਮਾੜੀ ਹੈ। ਇਹ ਲੈ ਕੇ ਬਹਿ ਜਾਂਦੀ ਹੈ, ਕੁਲਾਂ ਨੂੰ ਲੈ ਕੇ ਬਹਿ ਜਾਂਦੀ ਹੈ, ਅਤੇ ਰਿਜ਼ਲਟ ਇਹਦੇ ਤੁਹਾਡੇ ਸਾਹਮਣੇ ਹੀ ਹੋਣਗੇ। ਗੁਰੂ ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਜ਼ਿੰਦਗੀ ਬਖਸ਼ੇ, ਰਿਜ਼ਲਟ ਇਹਨਾਂ ਦੇ ਸਾਰਿਆਂ ਦੇ ਸਾਹਮਣੇ ਹੋਣਗੇ। ਕਾਲ ਦੀ ਤੁਸੀਂ ਗੱਲ ਕੀਤੀ ਸੀ ਵੀ ਮੋਰਚਾ ਵੱਡੀ ਕਾਲ ਦੇਵੇ, ਕਿਸਾਨ ਸੰਸਦ ਵਾਲੀ ਕਾਲ ਦਿੱਤੀ ਗਈ ਸੀ, ਅੱਜ ਲਾਸਟ ਦਿਨ ਸੀ ਕਿਸਾਨ ਸੰਸਦ ਦਾ। ਤੁਹਾਨੂੰ ਲੱਗਦਾ ਉਹਦੇ ਨਾਲ ਕੋਈ ਵੱਡਾ ਪ੍ਰਭਾਵ ਪਿਆ? ਵਧੀਆ ਗੱਲ ਆ, ਪ੍ਰਭਾਵ ਪਿਆ। ਰਾਹੁਲ ਗਾਂਧੀ ਵਿਰੋਧੀ ਧਿਰ ਆਈ ਹੈ ਉੱਥੇ। ਠੀਕ ਹੈ,
ਕਿਸਾਨਾਂ ਦੀ ਸੰਸਦ ਦੇ ਵਿੱਚ ਆਈ ਹੈ, ਡਿਸਪਲਿਨ ਦੇ ਨਾਲ ਉਹਨਾਂ ਨੇ ਕੀਤਾ ਹੈ, ਪੂਰੀ ਦੁਨੀਆ ਦੇ ਵਿੱਚ ਖਬਰ ਗਈ। ਠੀਕ ਹੈ ਵੀ ਜਿਹੜੇ ਲੋਕ ਕਹਿੰਦੇ ਮੋਰਚਾ ਖਤਮ ਹੋ ਗਿਆ, ਉਹਨਾਂ ਨੂੰ ਵੀ ਦੁਬਾਰਾ ਦੱਸਤਾ ਵੀ ਮੋਰਚਾ ਹੈਗਾ। ਇਸੇ ਤਰ੍ਹਾਂ ਦੀਆਂ ਜਿਹੜੀਆਂ ਕਾਲਾਂ ਆਉਣ ਵਾਲੇ ਸਮੇਂ ਦੇ ਵਿੱਚ ਦਬਾਅ ਵਾਲੀਆਂ, ਜ਼ਿਆਦਾ ਦਬਾਅ ਵਾਲੀਆਂ ਸਾਨੂੰ ਦੇਣੀਆਂ ਪੈਣੀਆਂ, ਫੇਰ ਗੱਲ ਬਣੂਗੀ ਬਈ। ਸ਼ੁਕਰੀਆ ਬਾਈ। ਬਹੁਤ ਬਹੁਤ ਮਿਹਰਬਾਨੀ। ਪ੍ਰੋ ਪੰਜਾਬ ਦਾ ਮੈਂ ਤਹਿ ਦਿਲ ਤੋਂ ਬਾਈ ਧੰਨਵਾਦ ਕਰਦਾ, ਤੁਸੀਂ ਇੱਥੇ ਆਏ ਹੋ। ਸਪੈਸ਼ਲੀ ਯਾਦਵਿੰਦਰ ਜੀ ਦਾ ਤੇ ਤੁਹਾਡਾ ਸਿਮਰਨ ਵੀਰੇ, ਤੁਸੀਂ ਹਮੇਸ਼ਾ ਜਿਹੜੀ ਪੰਜਾਬ ਦੇ ਜਿਹੜੀ ਹਿੱਤਾਂ ਦੀ ਗੱਲ ਕੀਤੀ ਹੈ, ਪੰਜਾਬ ਦੇ ਪੱਖ ਦੀ ਗੱਲ ਕੀਤੀ ਹੈ, ਨਿਰਪੱਖਤਾ ਦੀ ਗੱਲ ਕੀਤੀ ਆ, ਤੇ ਇਸੇ ਤਰ੍ਹਾਂ ਤੁਹਾਡੇ ਤੋਂ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਆਪਣਾ ਫਰਜ਼ ਆ ਉਹ ਨਿਭਾਉਂਦੇ ਰਹੋਗੇ। ਧੰਨਵਾਦ ਬਾਈ। ਬਹੁਤ ਬਹੁਤ ਮਿਹਰਬਾਨੀ। ਇਹ ਸੀਗੇ ਬਾਈ ਰੁਪਿੰਦਰ ਜਲਾਲ, ਪਹਿਲੇ ਦਿਨ ਤੋਂ ਮੋਰਚੇ ਦੇ ਵਿੱਚ ਡਟੇ ਹੋਏ ਆ। ਇਹਨਾਂ ਦਾ ਕਹਿਣਾ ਹੈ ਕਿ ਹੋਰ ਵੀ ਜਿਹੜੀਆਂ ਵੱਡੀਆਂ ਕਾਲਾਂ ਦੇਣ ਦੀ ਲੋੜ ਆ। ਜਿਸ ਤਰੀਕੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਾਲਸ ਦੇ ਰਹੇ ਆ, ਕਿਸਾਨ ਸੰਸਦ ਦੀ ਕਾਲ ਦਿੱਤੀ ਗਈ ਸੀ, ਹੋਰ ਵੀ ਵੱਡੀਆਂ ਕਈ ਕਾਲਸ ਦੇਣ ਦੀ ਲੋੜ ਆ, ਕਾਲਾਂ ਦੇਣ ਦੀ ਲੋੜ ਆ, ਤਾਂ ਜੋ ਲੋਕ ਜਿਹੜੇ ਇੱਕ ਵਾਰ ਫਿਰ ਤੋਂ ਲੋਕਾਂ ਦਾ ਹਜ਼ੂਮ ਫਿਰ ਇੱਕ ਵਾਰ ਆਵੇ ਦਿੱਲੀ ਦੇ ਵਿੱਚ, ਤੇ ਸਰਕਾਰ ਦੇ ਉੱਤੇ ਕੋਈ ਵੱਡਾ ਪ੍ਰੈਸ਼ਰ ਜੋ ਹੈ ਬਿਲਡ ਹੋਵੇ, ਜਿਸ ਕਰਕੇ ਕਿਸੇ ਤਣ ਪੱਤਰ ਜੋ ਹੈ ਬੇੜੀ ਲੱਗ ਸਕੇ। ਤੇ ਦੂਜਾ ਜੋ ਹੈ, ਜਿਸ ਤਰੀਕੇ ਦੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ ਜੋ ਨੇ ਉਹ ਸਿਰਫ ਡਰਾਮੇਬਾਜ਼ੀ ਕਰ ਰਹੀਆਂ ਨੇ, ਕਿਸਾਨਾਂ ਦੇ ਨਾਲ ਉੱਤੋਂ ਨੇ, ਦਿਲੋਂ ਕੋਈ ਨਾਲ ਨਹੀਂ ਆ। ਕਿਸਾਨ ਖੁਦ ਹੀ ਜੋ ਹੈ ਆਪਣਾ ਤਣ ਪੱਤਨ ਆਪਣੀ ਬੇੜੀ ਨੂੰ ਲਾਉਣਗੇ, ਵਿਰੋਧੀ ਧਿਰਾਂ ਤਾਂ ਸਿਰਫ ਜੋ ਹੈ ਡਰਾਮੇ ਕਰ ਰਹੀਆਂ ਨੇ। ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਟਿੱਕਰੀ ਬਾਰਡਰ।